श्री वाहिगुरु जी। एक ओंकार सतनाम करता पुरख निरभव निर्वैर अकाल मूर्ति अजुनी सैभं गुर प्रसाद जपयाद सच जुगाद सच है पी सच नानक होसी पी सच। तू दाता दातार तेरा दिता खावना भगत जना कै संग पाप गवावना जन नानक सद बलिहारै बल बल जावना नक नथ खसम हथ किरत तके दे जहाँ दाणे तहाँ खाणे नानका सचे राम जपो जी ऐसे ऐसे तू प्रहलाद जप्यो हर जैसे राम जपो जी ऐसे ऐसे तू प्रहलाद जप्यो हर जैसे दीन दयाल परोसे तेरे सब परिवार चढ़ाया बेड़े जात सुभावै ता हुक्म मनावै इस बेड़े को पार लंघावै तू हसदा कर आया करके प्यार ते पिता ने गोद ले लिया तू हसदा हसदा कर आया प्यार ते पिता ने गोद ले लिया तू हसदा हसदा कर आया सी करके पिता ने गोद ले लिया तू हसदा हसदा घर आया सी करके प्यार के पिता ने गोद ले लिया तू हसदा हसदा घर आया सी करके प्यार के पिता ने गोद ले लिया तू हसदा हसदा घर आया सी करके प्यार के पिता ने गोद ले लिया तू हसदा हसदा घर आया तू हसदा हसदा जी घर आया सी हसदा हसदा जी तू घर आया सी हसदा हसदा जी घर आया हसदा हसदा तू घर आया सी हसदा हसदा जी तू घर आया सी हसदा हसदा जी तू घर आया सी भर के प्यार ते पिता ने गोद ले लिया तू हसदा हसदा घर आया करके प्यार ते पिता ने गोद ले लिया तू हसदा हसदा घर आया सी करके प्यार ते पिता ने गोद ले लिया तू हसदा हसदा घर आया सी करके प्यार ते पिता ने गोद ले लिया तू हसदा हसदा घर आया करके प्यार ते पिता ने गोद ले लिया तू हसदा हसदा घर आया सी करके प्यार ते पिता ने गोद ले लिया तू हसदा हसदा घर आया प्यार उच्चड़ जीता बाहों पकड़ उठा लिया परम सत्कार योग गुरां की साजी और नवाजी हुई साध संगत जी, जितने भी माई भाई सतगुरु दे पावन पित्र दरबार दे विच हाजरियां भरन वास्ते
ਆਪ ਸਰਬਮਾਈ ਭਾਈ ਹਾਜ਼ਰੀਆਂ ਭਰਨ ਵਾਸਤੇ ਪਹੁੰਚੇ ਹਾਂ। ਸੋ ਸਭ ਤੋਂ ਪਹਿਲੀ ਬੇਨਤੀ ਹੈ ਸੰਗਤ ਨੂੰ ਵੀ ਰੌਲੇ ਤੋਂ ਸੰਕੋਚ ਕਰੋ ਭਾਈ, ਰੌਲਾ ਨਾ ਪਾਓ। 8-9 ਦਿਨ ਤੁਹਾਡੇ ਸੀ, ਅੱਜ ਸਾਡਾ ਇਕੱਲਿਆਂ ਦਾ। ਜਿਵੇਂ ਸੁਬਾਹ ਅੰਮ੍ਰਿਤ ਵੇਲੇ ਮੈਂ ਕਿਹਾ ਕਿ ਆਖਿਆ ਸੀ ਵੀ ਅਸੀਂ ਤੁਹਾਡੇ ਚੁੱਲ੍ਹੇ ਕੰਨੀ ਝਾਕੇ ਦੀ ਉਹਦੇ ਦੇ, ਅੱਜ ਸਾਡਾ ਕਬਜ਼ਾ ਹੈ। ਇਸ ਕਰਕੇ ਅੱਜ ਘਰ ਦੇ ਉੱਤੇ ਸਾਰੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤੇ ਸਾਡਾ ਕਬਜ਼ਾ ਹੈ। ਤਕਰੀਬਨ ਚਲੋ ਜਿਤਨਾ ਕੁ ਸਮਾਂ ਪ੍ਰਮਾਤਮਾ ਨੇ ਹਾਜ਼ਰੀ ਭਰਾਈ, ਆਪਾਂ ਹਾਜ਼ਰੀ ਭਰਨੀ ਹੈ। ਅੱਜ ਸਾਡੇ ਘਰੇ ਰੌਲਾ ਨਾ ਪਾਓ ਭਾਈ, ਬੇਨਤੀ ਹੈ। ਵੇਲੋ ਕੋਈ ਨਹੀਂ, ਰੌਲਾ ਨਾ ਪਾਓ। ਪਰ ਮੈਨੂੰ ਪਤਾ ਵੀ ਭੈਣ ਹੋਊਗੀ, ਜ਼ਰੂਰੀ ਹੈ ਵੀ, ਪਰ ਰੌਲੇ ਤੋਂ ਸੰਕੋਚ ਕਰੋ। ਮੈਂ ਅਰਜ਼ ਕਰਦਾ ਅੱਜ ਤੁਸੀਂ ਇਹ ਨਾ ਕਹੋ ਵੀ ਸਾਡਾ ਘਰ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜਿੱਥੇ ਜਾਏ ਵਾਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਅੱਜ ਇਹ ਗੁਰੂ ਸਾਹਿਬ ਦਾ ਘਰ ਹੈ, ਗੁਰੂ ਦਾ ਦਰਬਾਰ ਹੈ। ਇਸ ਕਰਕੇ ਜਦੋਂ ਸਮਾਪਤੀ ਹੋ ਗਈ, ਭੋਗ ਪੈ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਘਰ ਚਲੇ ਗਏ, ਫਿਰ ਤੁਹਾਡਾ ਘਰ ਹੈ। ਪਰ ਹੁਣ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਬਸ ਹੈ ਜੀ, ਸੰਗਤ ਦਾ ਬਸ ਹੈ, ਗੁਰੂ ਦਾ ਬਸਾ ਹੈ। ਆਪਾਂ ਸਾਰਿਆਂ ਨੇ ਰਲ ਮਿਲ ਕੇ ਹਾਜ਼ਰੀਆਂ ਭਰਨੀਆਂ, ਕੁਝ ਸਮਾਂ ਕੁਝ ਘੜੀਆਂ ਬਹੁਤ ਪਿਆਰ ਵਿੱਚ ਆ ਕੇ ਭਾਈ ਸਾਹਿਬ ਭਾਈ ਨਾਇਬ ਸਿੰਘ ਜੀ, ਜਿਨ੍ਹਾਂ ਨੇ ਆਪਣੇ ਗ੍ਰਹਿ ਵਿਖੇ ਸਤਿਗੁਰੂ ਦੀ ਰੱਬੀ ਬਾਣੀ ਤੁਰਕੀ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ। ਸੋ ਸਤਿਗੁਰੂ ਨੇ ਬੜੀ ਅਪਾਰ ਬਖਸ਼ਿਸ਼ ਕੀਤੀ ਹੈ। ਪਰਿਵਾਰ ਦੇ ਉੱਤੇ ਬੜਾ ਪਿਆਰ, ਮਨ ਵਿੱਚ ਚਾਅ ਹੈ, ਕਿਉਂਕਿ ਜਿੰਨਾ ਚਿਰ ਮਨ ਵਿੱਚ ਪਿਆਰ ਨਾ ਹੋਵੇ, ਚਾਅ ਨਾ ਹੋਵੇ, ਉਹਨਾਂ ਚਿਰ ਭਗਤੀ ਨਹੀਂ ਹੁੰਦੀ ਹੈ। ਜਦੋਂ ਮਨ ਵਿੱਚ ਪਿਆਰ ਤੇ ਭਾਵ ਹੋ ਗਿਆ, ਫਿਰ ਉਦੋਂ ਅੱਗੇ ਭਗਤੀ ਸ਼ੁਰੂ ਹੋ ਜਾਂਦੀ ਹੈ। ਪਰ ਆਓ ਅੱਜ ਭਗਤੀ ਦੀ ਥੋੜ੍ਹੀ ਜਿਹੀ ਗੱਲ ਕਰਕੇ ਫਿਰ ਆਪਾਂ ਸਮਾਪਤੀ ਵੱਲ ਜਾਣਾ ਹੈ। ਬਹੁਤ ਪਿਆਰ ਮਨ ਦੇ ਵਿੱਚ ਸੇਵਕਾਂ ਦੇ, ਜਿੱਦੇ ਤੋਂ ਤਰੀਕ ਲਿਖਾਈ ਪਾਠ ਦੀ, ਉਹਦੇ ਤੋਂ ਇਹ ਨਹੀਂ ਕਿਹਾ ਵੀ ਪਾਠ ਕਰਿਓ ਸਾਡੇ, ਬਸ ਇਹੋ ਹੀ ਬਾਰ-ਬਾਰ ਪਰਿਵਾਰ ਸਾਡੇ ਕਰੇ ਕੀਰਤਨ ਜ਼ਰੂਰ ਕਰਿਓ। ਮਹਾਰਾਜ ਜੀ ਕਹਿੰਦੇ ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਵਾਈ, ਛੱਡ ਨਾ ਸਕੀ ਸੰਤ ਜਨ ਰਾਜ ਦਵਾਰਣਾ ਸੇਵ ਕਮਾਈ। ਭਗਤ ਸੈਣ ਜੀ ਮਹਾਰਾਜ ਭਗਤੀ ਕਰਨ ਵਾਲੇ, ਭੈ ਗਤੀ ਪਰਮਾਤਮਾ ਦੇ ਭੈ ਵਿੱਚ ਰਹਿਣ ਵਾਲੇ ਭਗਤ ਸੈਣ ਜੀ ਰਾਜੇ ਦੀ ਡਿਊਟੀ ਕਰਦੇ ਨੇ। ਜਾ ਕੇ ਜਦੋਂ ਰਾਜੇ ਦੀ ਡਿਊਟੀ ਕਰਦੇ ਨੇ ਤਾਂ ਇੱਕ ਦਿਨ ਸਾਧੂ ਮਹਾਂਪੁਰਖ ਇਕੱਠੇ ਹੋ ਕੇ ਆ ਗਏ, 20-25 ਸੈਣ ਜੀ ਨੂੰ ਆ ਕੇ ਸੁਨੇਹਾ ਦਿੱਤਾ, ਭਗਤ ਜੀ ਅੱਜ ਤੁਹਾਡੇ ਘਰ ਕੀਰਤਨ ਹੋਵੇਗਾ। ਭਗਤ ਜੀ ਦੇ ਮਨ ਵਿੱਚ ਬੜਾ ਚਾਅ ਹੋ ਗਿਆ, ਬੜਾ ਚਾਅ ਚੜ੍ਹ ਗਿਆ, ਸਾਡੇ ਘਰ ਕੀਰਤਨ ਹੋਵੇਗਾ, ਸਾਡੇ ਘਰ ਕਥਾ ਹੋਊਗੀ, ਪ੍ਰਸ਼ਾਦਾ ਛਕਾਵਾਂਗੇ ਸਾਧੂਆਂ ਨੂੰ, ਤੇ ਸਾਰੀ ਰਾਤ ਪਰਮਾਤਮਾ ਦੇ ਗੁਣ ਗਾਇਨ ਕਰਾਂਗੇ। ਰਾਜੇ ਦੀ ਡਿਊਟੀ ਕਰਨੀ ਭੁੱਲ ਗਿਆ। ਇਹਨੂੰ ਭਗਤੀ ਕਹਿੰਦੇ ਹਨ। ਜਿੱਥੇ 3 ਚੀਜ਼ਾਂ ਮਨੁੱਖ ਭੁੱਲ ਜਾਵੇ, ਦੇਸ਼, ਕਾਲ ਤੇ ਵਸਤੂ। ਦੇਸ਼ ਕਿੱਥੇ ਬੈਠੇ ਆ, ਕਾਲ ਕਿੰਨਾ ਕੁ ਸਮਾਂ, ਵਸਤੂ ਕੋਈ ਚੀਜ਼ ਧਰ ਕੇ ਲੈ ਗਿਆ, ਕੋਈ ਚੱਕ ਕੇ ਲੈ ਗਿਆ ਜਾਂ ਕੋਈ ਤਰ ਗਿਆ, ਉਹਨੂੰ ਸਮਾਧੀ। ਇਹੋ ਹੀ ਸਮਾਧੀ ਵਾਸਤੇ ਸਾਧੂ ਮਹਾਂਪੁਰਖਾਂ ਨੇ, ਰੱਬ ਦੇ ਪਿਆਰਿਆਂ ਨੇ 88 ਹਜ਼ਾਰ ਵਰ੍ਹਾ ਬੰਦਗੀ ਕੀਤੀ। ਤੇ ਅੱਜ ਉਹ ਭਗਤੀ ਭਗਤ ਸੈਣ ਜੀ ਮਹਾਰਾਜ ਕਰਦੇ ਨੇ ਆਪਣੇ ਘਰ ਦੇ ਵਿੱਚ ਬੈਠ ਕੇ। ਸਾਰੀ ਰਾਤ ਕੀਰਤਨ ਹੋਆ ਰਹਿਣ ਸਵਾਈ। ਸਤਿਗੁਰ ਨੇ ਅਪਾਰ ਬਖਸ਼ਿਸ਼ ਕੀਤੀ, ਛੱਡ ਨਾ ਸਕੀ ਸੰਤ ਜਨ, ਸਾਧੂਆਂ ਨੂੰ ਮਹਾਂਪੁਰਖਾਂ ਨੂੰ ਛੱਡ ਕੇ ਜਾਣ ਨੂੰ ਜੀ ਨਾ ਕਰਿਆ। ਰਾਜ ਦਵਾਰਣਾ ਸੇਵ ਕਮਾਈ, ਰਾਜੇ ਦੀ ਸੇਵਾ ਕਰਦਾ। ਉਧਰ ਰਾਜੇ ਨੂੰ ਕੋੜ ਹੋਇਆ ਬੜਾ ਭਿਆਨਕ, ਤੇ ਪਰਮਾਤਮਾ ਨੇ ਜਿਹੜਾ ਨਾ ਭਗਤ ਸੈਣ ਜੀ ਦਾ ਰੂਪ ਧਾਰਨ ਕਰਕੇ ਰਾਜੇ ਦੀ ਮੱਲਮ ਪੱਟੀ ਕਰੀ, ਰਾਜਾ ਠੀਕ ਹੋ ਗਿਆ। ਤੇ ਉਧਰ ਭਗਤ ਸੈਣ ਜੀ ਮਹਾਰਾਜ ਤੋਂ ਨਾ ਜਾਇਆ ਗਿਆ। ਸੁਬਹ ਅੰਮ੍ਰਿਤ ਵੇਲੇ ਸੰਤ ਜਨਾਂ ਨੂੰ ਵਿਦਾ ਕਰ, ਸਾਰੇ ਸੰਤਾਂ ਨੂੰ ਵਿਦਾ ਕਰਕੇ ਰਾਜ ਦਵਾਰ ਗਿਆ ਸ਼ਰਮਾਈ। ਕਹਿੰਦੇ ਰਾਜੇ ਸਾਧੂਆਂ ਨੂੰ ਵਿਦਾ ਕਰਕੇ ਰਾਜੇ ਦੇ ਦਰਬਾਰ ਵੱਲ ਭਗਤ ਸੈਣ ਜੀ ਮਹਾਰਾਜ ਤੁਰੇ ਜਾਂਦੇ ਨੇ। ਨੀਵੀਂ ਪਾਈ ਹੋਈ ਹੈ, ਰਾਜਾ ਪਤਾ ਨਹੀਂ ਹੁਣ ਕੀ ਸਜ਼ਾ ਦੇਊਗਾ। ਅੱਗੇ ਰਾਜਾ ਤਖਤ ਉੱਤੇ ਬੈਠਾ ਆਪਣੇ ਤੇ ਪਿਆਰ ਵਿੱਚ ਰਾਜੇ ਨੇ ਜਾ ਕੇ ਜਿਹੜਾ ਉਹ ਭਗਤ ਸੈਣ ਜੀ ਨੇ ਨਮਸਕਾਰ ਕਰੀ ਤੇ ਹੱਥ ਬੰਨ੍ਹ ਕੇ ਆਖਿਆ, ਰਾਜਨ ਰਾਤ ਮੈਥੋਂ ਆਇਆ ਨਹੀਂ ਗਿਆ। ਕਹਿੰਦੇ ਭਗਤ ਸੈਣ ਜੀ ਤੁਸੀਂ ਕਿਉਂ ਮਖੌਲ ਕਰਦੇ ਹੋ? ਰਾਤ ਜਿਹੜੀ ਸੇਵਾ ਤੁਸੀਂ ਕੀਤੀ ਹੈ ਨਾ, ਉਹ ਕਿਤੇ ਪਹਿਲਾਂ ਨਹੀਂ ਕੀਤੀ ਹੈ। ਕਹਿੰਦੇ ਰਾਤ ਤੁਹਾਡਾ ਹੱਥ ਲੱਗਣ ਸਾਰ ਹੀ ਮੇਰਾ ਜਿਹੜਾ ਦੁੱਖ ਸਾਰਾ ਤਕਲੀਫ ਦੂਰ ਹੋ ਗਈ। ਭਗਤੀ ਭੈ ਗਤੀ
परमात्मा के पै विच इको एक मनुख है जिहड़ा रब के पै विच नहीं रहिंदा। गुरबाणी विच महाराज जी आसा दी वार दा श्लोक है, फरमान करदे ने, कहंदे ओ मनुख इको एक तू आ जिहड़ा परमात्मा के पै विच नहीं वसदा। जितने भी जीव जंतु है पै विच पवन बहै सद बाओ, पै विच चलै लख दरियाओ, पै विच अगन कढै बेगार, पै विच धरती दबी पार। कहदे इको एक मनुख है जिहड़ा परमात्मा के पै विच नहीं वसदा। ते बाकी सब पै विच वसदे ने, ओ बंदिया तू पै विच नहीं वसदा। सब पै विच वसदे ने, बंदिया तू पै विच नहीं वसदा। सब पै विच वसदे ने, बंदिया तू पै विच नहीं वसदा। सब पै विच वसदे ने, बंदिया तू पै विच नहीं वसदा। सब पै विच वसदे ने, बंदिया तू पै विच नहीं वसदा। सब पै विच वसदे ने, बंदिया तू पै विच नहीं वसदा। ओ बंदिया तू पै विच नहीं वसदा, ओ पै विच नहीं वसदा। मनाइक तू पै विच नहीं वसदा, मनाइक तू पै विच नहीं वसदा। तू पै विच नहीं वसदा, मनाइक तू पै विच नहीं वसदा। तू पै विच नहीं वसदा, मनाइक तू पै विच नहीं वसदा। पै विच नहीं वसदा, मनाइक तू पै विच नहीं वसदा। तू पै विच नहीं वसदा, मनाइक तू पै विच नहीं वसदा। जी सब पै विच वसदे ने, मनाइक तू पै विच नहीं वसदा। सब पै विच वसदे ने, ओ बंदिया तू पै विच नहीं वसदा। सब पै विच वसदे ने, ओ बंदिया तू पै विच नहीं वसदा। जी सब पै विच वसदे ने, बंदिया तू पै विच नहीं वसदा। सब पै विच वसदे ने, बंदिया तू पै विच नहीं वसदा। सब पै विच वसदे ने, बंदिया तू पै विच नहीं वसदा। राजे ਦੇ ਦਰਬਾਰ ਵਿੱਚ ਭਗਤ ਸੈਣ ਜੀ ਮਹਾਰਾਜ ਚਲੇ ਗਏ। ਰਾਜੇ ਨੇ ਕੋਲ ਬਿਠਾਇਆ, ਭਗਤ ਜੀ ਰਾਤ ਤੁਸੀਂ ਬੜੀ ਵਧੀਆ ਸੇਵਾ ਕੀਤੀ ਹੈ। ਕਹਿੰਦੇ ਰਾਤ ਤਾਂ ਮੈਂ ਆਇਆ ਹੀ ਨਹੀਂ, ਸਾਡੇ ਘਰ ਸਾਧੂ ਆ ਕੇ ਆਏ, ਸੰਤ ਪ੍ਰਾਹੁਣੇ, ਕੀਰਤਨ ਹੋਆ ਰਹਿਣ ਸੁਬਾਈ। ਕਹਿੰਦੇ ਸਾਰੀ ਰਾਤ ਸਾਡੇ ਘਰ ਤੱਕ ਕੀਰਤਨ ਹੋਈ ਗਿਆ। ਕਹਿੰਦੇ ਭਗਤ ਸੈਣ ਜੀ ਆ ਦੇਖੋ, ਮੈਂ ਜਦੋਂ ਠੀਕ ਹੋ ਗਿਆ, ਮੇਰਾ ਦੁੱਖ ਸਾਰਾ ਠੀਕ ਹੋ ਗਿਆ, ਮੈਂ ਆਪਣੇ ਗਲ ਦੇ ਵਿੱਚੋਂ ਸੁੱਚੇ ਮੋਤੀਆਂ ਦੀ ਮਾਲਾ ਕੱਢ ਕੇ ਤੁਹਾਡੇ ਗਲ ਵਿੱਚ ਪਾਈ। ਆਹ ਦੇਖੋ ਤੁਹਾਡੇ ਗਲ ਵਿੱਚ ਮਾਲਾ ਹੈ। ਭਗਤ ਸੈਣ ਜੀ ਕਹਿਣ ਲੱਗੇ, ਉਹ ਮੇਰੀ ਡਿਊਟੀ ਦਾ ਪਰਮਾਤਮਾ ਕਰਕੇ ਗਿਆ, ਮੈਂ ਨਹੀਂ ਆਇਆ ਹੀ ਨਹੀਂ ਰਾਤ ਡਿਊਟੀ ਤੇ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤ। ਇਸ ਕਰਕੇ ਪਰਮਾਤਮਾ ਕਰਦਾ ਹੈ, ਪਰ ਸੱਚੇ ਦਿਲੋਂ ਅੰਦਰ ਪ੍ਰੇਮ ਤੇ ਭਾਵ ਤੇ ਭਗਤੀ ਹੋਵੇ, ਫਿਰ ਪਰਮਾਤਮਾ ਜ਼ਰੂਰ ਕਾਰਜ ਕਰ ਜਾ। ਥੋੜ੍ਹਾ ਜਿਹਾ ਸਮੇਂ ਜੁੜਨਾ ਇਤਿਹਾਸ ਦੇ ਨਾਲ। ਬਸ ਬੇਨਤੀ ਸੰਗਤ ਨੂੰ ਬਾਰੰਬਾਰ ਵੀ ਹੱਥ ਬੰਨ੍ਹ ਕੇ ਭਾਈ ਜ਼ਰੂਰ ਰੌਲੇ ਤੋਂ ਬਸ ਥੋੜ੍ਹਾ ਜਿਹਾ ਸੰਕੋਚ ਕਰੋ। ਇਹ ਸਮਝ ਲਓ ਤੁਸੀਂ ਆਪਣੇ ਮਨ ਵਿੱਚ ਵੀ ਸਾਡੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਏ ਹੋਏ ਨੇ। ਉਦਾਹਰਣ ਦੇ ਦਿੰਦਾ ਮੈਂ ਛੋਟੀ ਜੀ, ਸਾਡੇ ਘਰ ਵਿੱਚ ਕੋਈ ਜਿਹੜਾ ਉਹ MLA ਆ ਜੇ, ਚਲੋ ਇਹ ਕਹਿ ਲਓ MLA ਆ ਜੇ ਆਪਣੇ ਘਰ ਦੇ ਵਿੱਚ, ਉਹਦੇ ਵਾਸਤੇ ਆਪਾਂ ਵਧੀਆ ਪ੍ਰਬੰਧ ਕਰ ਲਈਏ, ਕੁਰਸੀਆਂ ਲਾ ਦਈਏ, ਮੇਜ਼ ਲਾ ਦਈਏ, ਅਤੇ ਉਹ ਆ ਕੇ ਬੈਠ ਜਾਵੇ ਅਤੇ ਆਪਾਂ ਉਹਦੇ ਮੂਹਰੇ ਰੌਲਾ ਪਾਈ ਜਾਈਏ, ਅਤੇ ਫਿਰ ਤੁਸੀਂ ਆਪੇ ਹੀ ਸੱਚ ਜਾਣਿਓ। ਤੁਸੀਂ ਦੇਖਿਓ ਵੀ ਉਹ ਜਿਹੜਾ ਤੁਹਾਡੇ ਆਇਆ ਹੋਇਆ MLA ਆ, ਉਹ ਖੁਸ਼ ਹੋਊਗਾ ਜਾਂ ਨਾਰਾਜ਼ ਹੋਊਗਾ? ਬੋਲੋ ਸਤਨਾਮ। ਉਹ ਨਾਰਾਜ਼ ਹੋ ਜਾਊਗਾ, ਉਹ ਕਹੂਗਾ ਤੁਸੀਂ ਯਾਰ ਰੌਲਾ ਤਾਂ ਪਾਉਣੋਂ ਹਟੇ ਨਹੀਂ, ਮੈਂ ਆਇਆ ਸੀ ਤਾਂ ਇਹ ਮੈਂ ਦੁਨਿਆਵੀ ਬੰਦੇ ਦੀ ਗੱਲ ਕਰਦਾ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁਗੋ ਜੁਗ ਅਟਲ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਹਨਾਂ ਦੇ ਤਾਂ ਚਰਨਾਂ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਹੀ MLA ਬੈਠੇ ਹਨ, ਪਰ ਉਸ ਗੁਰੂ ਦੇ ਚਰਨਾਂ ਵਿੱਚ ਆਪਾਂ ਬੈਠੇ। ਆਓ ਜਿਹੜੇ ਭਾਈ ਗੁਰਦਾਸ ਜੀ ਦੀ ਵਾਰ ਆਈ ਆਉਗੀ, ਕਹਿੰਦੇ ਤਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਉਤਾਨ ਪਾਤ ਬਾਦਸ਼ਾਹ ਹੋਇਆ ਸਤਯੁੱਗ ਦੇ ਵਿੱਚ, ਜਿਹਨੇ ਉਸ ਰਾਣੀ ਸੁਨੀਤਾ ਤੇ ਸੁਰਚੀ ਦੋ ਰਾਣੀਆਂ ਹੋਈਆਂ ਨੇ ਉਹਦੇ ਘਰ ਦੇ ਵਿੱਚ। ਵੱਡੀ ਰਾਣੀ ਦੇ ਘਰ ਦੇ ਵਿੱਚ ਪੁੱਤਰ ਹੋਇਆ ਜਿਹਦਾ ਨਾਮ ਭਾਈ ਗੁਰਦਾਸ ਜੀ ਕਹਿੰਦੇ ਧਰੂ ਰੱਖਿਆ ਗਿਆ। ਧਰੂ
ਉਸ ਪੁੱਤਰ ਦਾ ਨਾਮ ਧਰੂ ਰੱਖਿਆ। ਛੋਟੀ ਰਾਣੀ ਦੇ ਘਰ ਦੇ ਵਿੱਚ ਕੋਈ ਬੱਚਾ ਨਾ ਹੋਇਆ। ਉਹਨੇ ਬੜੀ ਈਰਖਾ ਕਰੀ। ਹੈ ਸਕੀਆਂ ਭੈਣਾਂ ਦੋਨੋਂ, ਪਰ ਉਹਨੇ ਚਲੋ ਕਿਸੇ ਨਾ ਕਿਸੇ ਕਾਰਨ ਕਰਕੇ ਛੋਟੀ ਭੈਣ ਨੂੰ ਅਲੱਗ ਕਰ ਦਿੱਤਾ, ਵੱਡੀ ਨੂੰ ਅਲੱਗ ਕਰ ਦਿੱਤਾ। ਧਰੂ ਤੇ ਉਹਦੀ ਮਾਂ ਨੂੰ ਬਾਹਰਲੇ ਪਾਸੇ, ਜਿੱਥੇ ਰਾਜੇ ਦਾ ਨੰਦਨ ਬਾਗ ਹੈ, ਉਸ ਬਾਗ ਦੇ ਵਿੱਚ ਉਸ ਮਾਂ ਤੇ ਪੁੱਤਰ ਨੂੰ ਦੋਨਾਂ ਨੂੰ ਅਲੱਗ ਕਰ ਦਿੱਤਾ। ਰਾਜੇ ਨੂੰ ਕਹਿ ਦਿੱਤਾ ਇਸ ਰਾਜ ਭਾਗ ਦੀ ਜਿਹੜੀ ਹੱਕਦਾਰ ਉਹ ਮੈਂ ਹਾਂ। ਤੇ ਧਰੂ ਤੇ ਉਹਦੀ ਮਾਤਾ ਨੂੰ ਬਾਹਰਲੇ ਪਾਸੇ ਇੱਕ ਛੰਨ ਪਾ ਦਿੱਤੀ। ਉੱਥੇ ਦੋਨੋਂ ਜਾਣੇ ਰਹਿੰਦੇ ਨੇ। ਤੇ ਉਸ ਰਾਣੀ ਨੇ, ਛੋਟੀ ਭੈਣ ਨੇ ਕਿਹਾ ਜਿੰਨਾ ਚਿਰ ਮੈਂ ਰਹੂੰ ਇਸ ਰਾਜ ਭਾਗ ਦੇ ਵਿੱਚ, ਮੈਂ ਆਪਣੇ ਹੱਥ ਨਾਲ ਆਪਣੀ ਭੈਣ ਨੂੰ ਭੋਜਨ ਦੇਵਾਂਗੀ। ਕਹਦੇ ਉਹ ਧਰੂ ਬਾਰਕਾ ਛੋਟਾ ਜਿਹਾ ਉਸ ਛੰਨ ਦੇ ਵਿੱਚ ਪਲਦਾ ਹੈ, ਕੁੱਲੀ ਵਿੱਚ ਪਲਦਾ ਹੈ। ਮਾਂ ਤੇ ਪੁੱਤਰ ਦੋਨੋਂ ਜਾਣੇ ਨੇ। ਵਕਤੇ ਖੀਰ ਐਸਾ ਸਮਾਂ ਆਇਆ, ਇੱਕ ਦਿਨ ਧਰੂ ਬਾਲਕਾ ਛੋਟਾ ਜਿਹਾ ਖੇਡਦਾ ਨਾ ਹਾਣੀਆਂ ਦੇ ਨਾਲ, ਛੋਟੇ ਛੋਟੇ ਬੱਚੇ ਨੇ। ਭਾਈ ਗੁਰਦਾਸ ਜੀ ਨੇ ਇੱਥੋਂ ਬਾਹਰ ਆਰੰਭ ਕੀਤੀ ਹੈ। ਛੋਟੇ ਛੋਟੇ ਬੱਚਿਆਂ ਨਾਲ ਖੇਡਦਾ ਰਾਜੇ ਦੇ ਦਰਬਾਰ ਦੇ ਵਿੱਚ ਆ ਗਿਆ। ਧਰੂ ਨੂੰ ਨਹੀਂ ਪਤਾ ਵੀ ਇਹ ਮੇਰਾ ਪਿਤਾ ਹੈ। ਛੋਟੇ ਛੋਟੇ ਬੱਚੇ ਖੇਡਦੇ ਨੇ। ਉਹ ਖੇਡਦੇ ਰਾਜੇ ਦੇ ਬਾਗ ਵਿੱਚ ਆ ਗਏ। ਰਾਜਾ ਕੁਰਸੀ ਉੱਤੇ ਬੈਠਾ ਹੈ, ਨੰਦਨ ਬਾਗ ਵਿੱਚ ਕੁਰਸੀ ਲੱਗੀ ਹੋਈ ਹੈ। ਜਾ ਕੇ ਰਾਜੇ ਦੇ ਕੋਲ ਸਾਰੇ ਬੱਚੇ ਇਕੱਲੇ ਐਂ ਜਾ ਕੇ ਮਿਲਦੇ ਨੇ। ਜਦੋਂ ਧਰੂ ਦੀ ਵਾਰੀ ਆਈ, ਭਾਈ ਗੁਰਦਾਸ ਜੀ ਕਹਿੰਦੇ ਰਾਜੇ ਨੇ ਚੁੱਕ ਕੇ ਪ੍ਰੇਮ ਕਰਿਆ, ਮੇਰਾ ਪੁੱਤਰ ਹੈ, ਆਪਣੀ ਗੋਦ ਵਿੱਚ ਬਿਠਾ ਲਿਆ। ਜਿਹੜੀ ਉਹਦੀ ਛੋਟੀ ਮਾਤਾ ਸੀ, ਭਾਵ ਮਾਸੀ ਕਹਿ ਲਓ, ਉਹ ਵੇਖ ਰਹੀ ਸੀ। ਭੱਜ ਕੇ ਲਗਤ ਪੌੜੀਆਂ ਤੋਂ ਥੱਲੇ ਉਤਰੀ, ਆ ਕੇ ਧਰੂ ਬਾਰਕੇ ਨੂੰ ਫੜ ਕੇ ਰਾਜੇ ਦੀ ਗੋਦ ਦੇ ਵਿੱਚੋਂ ਧਰਤੀ ਦੇ ਉੱਤੇ ਪਟਕਾ ਕੇ ਮਾਰਿਆ। ਭਾਈ ਗੁਰਦਾਸ ਜੀ ਕਹਿੰਦੇ ਧਰੂ ਹੱਸਦਾ ਘਰ ਆਇਆ, ਬੜਾ ਹੱਸਦਾ, ਖੁਸ਼ੀ ਬੱਚੇ ਬੜੇ ਪਿਆਰ ਦੇ ਵਿੱਚ ਆ ਕੇ ਉਸ ਰਾਜੇ ਉਤਾਨਪਾਦ ਦੇ ਕੋਲੇ ਆਏ। ਕਰ ਪਿਆਰ, ਕਹਿੰਦੇ ਪਿਆਰ ਕਰਕੇ ਪਿਤਾ ਨੇ ਕਰ ਪਿਆਰ, ਪਿਓ ਕੁਛ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਭੱਜ ਕੇ ਆਈ ਰਾਣੀ, ਆ ਕੇ ਪਟਕਾ ਕੇ ਧਰਤੀ ਦੇ ਨਾਲ ਮਾਰਿਆ ਤੇ ਨਾਲ ਇੱਕ ਬੋਲੀ ਮਾਰੀ, ਜੇ ਤੈਂ ਰਾਜੇ ਦੀ ਗੋਦ ਦਾ ਆਨੰਦ ਮੰਨਣਾ ਤੈ ਰਾਜੇ ਦੀ ਗੋਦ ਵਿੱਚ ਬੈਠਣਾ, ਤੂੰ ਫਿਰ ਮੇਰੀ ਕੁੱਖ ਤੋਂ ਜਨਮ ਲੈਣਾ ਸੀ। ਬੋਲੋ ਸਤਨਾਮ। ਤੇ ਤੂੰ ਉਸ ਔਤਰੀ ਦੀ ਕੁੱਖ ਤੋਂ ਜਨਮ ਲਿਆ, ਇਹ ਸੁੱਖ ਤੈਨੂੰ ਨਹੀਂ ਪ੍ਰਾਪਤ ਹੁੰਦਾ। ਫਿਰ ਭਾਈ ਗੁਰਦਾਸ ਜੀ ਨੇ ਬੜੇ ਪਿਆਰ ਦੇ ਵਿੱਚ ਆ ਕੇ ਫਰਮਾਨ ਕੀਤਾ। ਕਹਿੰਦੇ ਉਹਨੇ ਕੀਤਾ ਕੀ? ਆਪਣੀ ਵਾਰ ਵਿੱਚ ਫਰਮਾਨ ਕਰੀਏ, ਬੁਰੀਆਂ ਹੁੰਦੀਆਂ ਮਤੇਰਾ ਮਾਮਾ ਜੀ, ਬੁਰੀਆਂ ਹੁੰਦੀਆਂ ਮਤੇਰਾ ਮਾਮਾ, ਗੋਦ ਵਿੱਚ ਕੱਢ ਦਿੰਦੀਆਂ ਪਿਆਰੇ ਜੀ, ਗੋਦ ਵਿੱਚੋਂ ਕੱਢ ਦਿੰਦੀਆਂ। ਬੁਰੀਆਂ ਹੁੰਦੀਆਂ ਮਤੇਰਾ ਮਾਵਾ ਜੀ, ਬੁਰੀਆਂ ਹੁੰਦੀਆਂ ਮਤੇਰਾ ਮਾਵਾ, ਗੋਦ ਵਿੱਚੋਂ ਕੱਢ ਦਿੰਦੀਆਂ ਪਿਆਰੇ ਗੋਦ ਵਿੱਚੋਂ ਕੱਢ ਦਿੰਦੀਆਂ। ਬੁਰੀਆਂ ਹੁੰਦੀਆਂ ਮਤੇਰਾ ਮਾਵਾ, ਬੁਰੀਆਂ ਹੁੰਦੀਆਂ ਮਤੇਰਾ ਮਾਵਾ, ਗੋਦ ਵਿੱਚੋਂ ਕੱਢ ਦਿੰਦੀਆਂ ਪਿਆਰੇ ਗੋਦ ਵਿੱਚੋਂ ਕੱਢ ਦਿੰਦੀਆਂ। ਬੁਰੀਆਂ ਹੁੰਦੀਆਂ ਤੇਰਾ ਮਾਵਾ, ਤੇਰਾ ਬੁਰੀਆਂ ਹੁੰਦੀਆਂ ਤੇਰਾ ਮਾਵਾ, 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 ਹੁੰਦੀਆਂ ਤੇਰਾ ਤੇਰਾ ਮਾਵਾ, ਬੁਰੀਆਂ ਹੁੰਦੀਆਂ ਮਤੇਰਾ ਮਾਵਾ, ਬੁਰੀਆਂ ਹੁੰਦੀਆਂ ਮਤੇਰਾ ਮਾਵਾ, ਹੁੰਦੀਆਂ ਤੇਰਾ ਮਾਵਾ, ਗੋਦ ਵਿੱਚੋਂ ਕੱਢ ਦਿੰਦੀਆਂ ਪਿਆਰੇ ਜੀ, ਗੋਦ ਵਿੱਚੋਂ ਕੱਢ ਦਿੰਦੀਆਂ। ਬੁਰੀਆਂ ਹੁੰਦੀਆਂ ਮਤੇਰਾ ਮਾਵਾ, ਗੋਦ ਵਿੱਚੋਂ ਕੱਢ ਦਿੰਦੀਆਂ ਪਿਆਰੇ
ਪਿਆਰੇ ਗੋਦ ਵਿੱਚੋਂ ਕੱਢ ਦਿੰਦੀਆਂ ਬੁਰੀਆਂ ਹੁੰਦੀਆਂ ਬੁਰੀਆਂ ਹੁੰਦੀਆਂ ਮਤੇਰਾ ਮਾਵਾ ਬੁਰੀਆਂ ਹੁੰਦੀਆਂ ਮਤੇਰਾ ਮਾਵਾ ਗੋਦ ਵਿੱਚੋਂ ਕੱਢ ਦਿੰਦੀਆਂ ਪਿਆਰੇ ਦੀ ਗੋਦ ਵਿੱਚੋਂ ਕੱਢ ਦਿੰਦੀਆਂ ਬੁਰੀਆਂ ਹੁੰਦੀਆਂ। ਕਹਿਣ ਲੱਗੇ ਉਸ ਮਾਤਾ ਨੇ ਆ ਕੇ ਪਟਕਾ ਕੇ ਧਰਤੀ ਨਾ ਮਾਰ, ਨਾਲ ਬੋਲੀ ਮਾਰਤੀ, ਮੇਰੀ ਕੁੱਖ ਵਿੱਚੋਂ ਜਨਮ ਲੈਣਾ ਸੀ। ਫਿਰ ਭਾਈ ਗੁਰਦਾਸ ਜੀ ਕਹਿਣ ਲੱਗੇ, ਧਰੂ ਬਾਰ ਕੇ ਨੇ ਕਿਹਾ, ਮਾਂ ਉਸ ਮਾਂ ਤੋਂ ਛਡਾ ਕੇ ਭੱਜ ਕੇ ਧਰੂ ਬਾਰਕਾ ਆਪਣੀ ਮਾਤਾ ਕੋਲੇ ਗਿਆ, ਜਿਹੜੀ ਬਾਗ ਦੇ ਵਿੱਚ ਹੈ ਮਾਤਾ। ਰੋਂਦਾ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਜਦੋਂ ਆਪਣੀ ਮਾਂ ਕੋਲੇ ਪਹੁੰਚਿਆ ਨਾ, ਉਹਦੇ ਕੇਸ ਜਿਹੜੇ ਖਿੰਡੇ ਪਏ ਨੇ, ਆਪਣੀ ਮਾਂ ਦੀ ਗੋਦ ਵਿੱਚ ਬੈਠ ਗਿਆ ਜਾ ਕੇ ਤੇ ਪੁੱਛਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾਲਿਆ ਮਨ ਵਿੱਚ, ਰੋਸ ਮਤਰੇਈ ਕੀਤਾ, ਡੱਡੋ ਨਿੱਕਾ ਮਾਂ ਪੁੱਛੇ। ਆਪਣੀ ਮਾਂ ਦੀ ਗੋਦ ਵਿੱਚ ਬੈਠਾ, ਡੱਡੋ ਨਿੱਕਾ ਮਾਂ ਪੁੱਛੇ, ਤੂੰ ਸੁਆਣੀ ਹੈ ਕਿਸ ਨੀਤਾ। ਧਰੂ ਬਾਰਕਾ ਕਹਿਣ ਲੱਗਿਆ, ਮਾਂ ਜਿਹੜਾ ਉਹ ਰਾਜ ਭਾਗ ਦੇ ਵਿੱਚ ਸਾਹਮਣੇ ਰਾਜ ਭਾਗ ਹੈ ਉਹ ਕਿਹਦਾ ਹੈ? ਮਾਂ ਕਹਿਣ ਲੱਗੀ, ਪੁੱਤਰਾ ਆਪਣਾ ਹੀ ਹੈ। ਜਿਹੜਾ ਰਾਜਾ ਬੈਠਾ ਉਹ ਕੌਣ ਹੈ? ਉਹ ਕਹਿਣ ਲੱਗੀ, ਤੇਰਾ ਪਿਤਾ ਹੈ ਤੇ ਮੇਰਾ ਪਤੀ ਹੈ। ਤੇ ਮਾਂ ਉਸ ਰਾਜੇ ਨੇ ਮੈਨੂੰ ਬੜਾ ਪਿਆਰ ਕਰਕੇ ਆਪਣੀ ਗੋਦ ਵਿੱਚ ਬਿਠਾ ਲਿਆ। ਤੇ ਇੱਕ ਮਾਤਾ ਆਈ ਕੋਠੇ ਤੋਂ ਬੜੀ ਤੇਜ਼ੀ ਦੇ ਨਾਲ, ਉਸ ਮਾਤਾ ਨੇ ਮੈਨੂੰ ਪਟਕਾ ਕੇ ਜਿਹੜਾ ਉਹ ਧਰਤੀ ਦੇ ਨਾਲ ਮਾਰਿਆ, ਮੇਰੇ ਛੋਟੇ ਛੋਟੇ ਕੇਸ ਪੁੱਟੇ ਤੇ ਨਾਲ ਇੱਕ ਬੋਲੀ ਮਾਰੀ ਉਸ ਨੇ ਮੈਨੂੰ। ਉਸ ਮਾਂ ਨੇ ਕਿਹਾ, ਜੇ ਤਾਂ ਰਾਜੇ ਦਾ ਗੋਦ ਦਾ ਆਨੰਦ ਮਾਣਨਾ ਸੀ, ਮੇਰੀ ਗੋਦ ਵਿੱਚੋਂ ਜਿਹੜਾ ਤੂੰ ਜਨਮ ਲੈਂਦਾ। ਤੇ ਮੈਂ ਉਸ ਮਾਂ ਦੇ ਹੱਥ ਵਿੱਚੋਂ ਮਸਾਂ ਛਡਾਇਆ ਤੇ ਕਿਹਾ ਉਹਨੂੰ, ਉਸ ਮਾਂ ਨੂੰ ਮੈਂ ਬੜੇ ਪਿਆਰ ਦੇ ਵਿੱਚ ਆ ਕੇ, ਸਾਡੇ ਮਹਾਂਪੁਰਖ ਬੜੇ ਪਿਆਰ ਵਿੱਚ ਆ ਕੇ ਫਰਮਾਨ ਕਰਦੇ ਸੀ, ਕਹਿੰਦੇ ਉਸ ਮਾਂ ਨੂੰ ਕਿਹਾ ਮੈਂ, ਧਰੂ ਬਾਰਕਾ ਕਹਿੰਦਾ, ਨਾ ਮਾਰ ਮਤਈਏ ਨੀ, ਰਾਜ ਤੇਰਾ ਛੱਡਿਆ ਭਾਗ ਤੇਰਾ ਛੱਡਿਆ, ਮਾਰ ਮਤਈਏ ਨੀ, ਰਾਜ ਤੇਰਾ ਛੱਡਿਆ ਭਾਗ ਤੇਰਾ ਛੱਡਿਆ, ਰਾਜ ਤੇਰਾ ਛੱਡਿਆ ਭਾਗ ਤੇਰਾ ਛੱਡਿਆ, ਨਾ ਮਾਰ ਮਤਰਈਏ ਨੀ, ਰਾਜ ਤੇਰਾ ਛੱਡਿਆ ਭਾਗ ਤੇਰਾ ਛੱਡਿਆ, ਨਾ ਮਾਰ ਮਤਰਈਏ ਨੀ, ਰਾਜ ਤੇਰਾ ਛੱਡਿਆ ਭਾਗ ਤੇਰਾ ਛੱਡਿਆ, ਨਾ ਤੂੰ ਮਾਰ ਮਤਈਏ ਨੀ, ਰਾਜ ਤੇਰਾ ਛੱਡਿਆ ਭਾਗ ਤੇਰਾ ਛੱਡਿਆ। ਡੱਡੋ ਨਿੱਕਾ ਮਾਂ ਪੁੱਛੇ, ਦੱਸ ਮਾਤਾ ਉਹ ਮੇਰਾ ਪਿਤਾ ਹੈ? ਕਹਿੰਦੀ ਹਾਂ ਤੇਰਾ ਪਿਤਾ ਹੈ ਤੇ ਮੇਰਾ ਪਤੀ ਹੈ। ਤੇ ਉਹ ਰਾਜ ਭਾਗ ਵਿੱਚ ਬੈਠਾ ਹੋਵੇ ਤੇ ਆਪਾਂ ਇੱਕ ਜੰਗਲ ਦੇ ਵਿੱਚ ਇੱਕਾ ਟੁੱਟੀ ਜੀ ਛੰਡ ਉਹਦੇ ਵਿੱਚ ਗੁਜ਼ਾਰਾ ਕਰਦੇ ਆ। ਇਹਦਾ ਕਾਰਨ ਕੀ ਹੈ? ਆਪਾਂ ਨੂੰ ਕਿਉਂ ਰਾਜ ਭਾਗ ਵਿੱਚੋਂ ਕੱਢਿਆ ਗਿਆ ਬਾਹਰ? ਤੇ ਮਾਂ ਸਿਆਣੀ ਸੀ, ਉਹਨੇ ਹੱਥ ਬੰਨ੍ਹ ਕੇ ਆਖਿਆ, ਧਰੂ ਪੁੱਤਰਾ ਉਹ ਜਿਹੜਾ ਨਾ ਆਪਣੇ ਕੋਈ ਪਿਛਲੇ ਕਰਮਾਂ ਦਾ ਦੱਦਾ ਦੋਸ਼ ਨਾ ਦਿਓ, ਕਿਸੇ ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਡਿੱਡੋ ਨਿੱਕਾ ਮਾਂ ਪੁੱਛੇ, ਤੂੰ ਸੁਆਣੀ ਹੈ ਕਿਸ ਨੀਤਾ, ਦੱਸ ਤੂੰ ਜਿਹੜਾ ਉਹ ਰਾਜਾ ਹੈ ਉਹਦੀ ਰਾਣੀ ਹੈ ਕਿ ਜਾਂ ਤੂੰ ਉਹਦੀ ਗੋਲੀ ਹੈ? ਤੇ ਧਰੂ ਬਾਰਕੇ ਨੇ ਹੱਥ ਬੰਨ੍ਹ ਕੇ ਆਖਿਆ, ਤੂੰ ਗੋਲੀ ਹੈ ਕਿ ਰਾਣੀ ਮੇਰੇ ਬਾਪ ਦੀ? ਜੇ ਮੇਰਾ ਪਿਤਾ ਹੈ ਨਾ, ਜੇ ਤੂੰ ਗੋਲੀ ਹੈ ਤਾਂ ਠੀਕ ਹੈ, ਇੱਥੇ ਰਹਿਣ ਦੇ ਯੋਗ ਹੈ, ਜੇ ਤੂੰ ਰਾਣੀ ਹੈ ਫਿਰ ਮਹਿਲਾਂ ਦੀ ਹੋਣੀ ਚਾਹੀਦੀ ਹੈ। ਧਰੂ ਬਾਰਕਾ ਕਹਿੰਦਾ, ਜੇ ਤੂੰ ਗੋਲੀ ਹੈ ਕਿ ਰਾਣੀ ਮੇਰੇ ਬਾਪ ਦੀ, ਸਤ ਦਸੀ ਮਾਤਾ ਮੇਰੀਏ, ਤੂੰ ਗੋਲੀ ਹੈ ਕਿ ਰਾਣੀ ਮੇਰੇ ਬਾਪ ਦੀ, ਸੱਚ ਦਸੀ ਮਾਤਾ ਮੇਰੀ, ਤੂੰ ਗੋਲੀ ਹੈ ਕਿ ਰਾਣੀ ਮੇਰੇ ਬਾਪ ਦੀ, ਸੱਚ ਦਸੀ ਮਾਤਾ ਮੇਰੀ, ਤੂੰ ਗੋਲੀ ਹੈ ਕਿ ਰਾਣੀ ਮੇਰੇ ਬਾਪ ਦੀ, ਸੱਚ ਦਸੀ ਮਾਤਾ ਮੇਰੀ, ਤੂੰ ਗੋਲੀ ਹੈ ਕਿ ਰਾਣੀ ਮੇਰੇ ਬਾਪ ਦੀ, ਸੱਚ ਦਸੀ ਮਾਤਾ ਮੇਰੀ, ਤੂੰ ਗੋਲੀ ਹੈ ਕਿ ਰਾਣੀ ਮੇਰੇ ਬਾਪ। ਕਹਿਣ ਲੱਗੀ, ਡੱਡੋ ਨਿੱਕਾ ਮਾਂ ਪੁੱਛੇ, ਤੂੰ ਸੁਆਣੀ ਹੈ ਕਿ ਸੁਨੀਤਾ? ਸੁਆਣੀ ਹਾਂ ਮੈਂ ਜਨਮ ਦੀ।
ਉਸ ਰਾਣੀ ਨੇ ਕਿਹਾ ਮੈਂ ਜਨਮ ਤੋਂ ਲੈ ਕੇ ਹੀ ਜਿਹੜੀ ਰਾਜੇ ਦੇ ਘਰ ਦੇ ਵਿੱਚ ਹਾਂ, ਰਾਜੇ ਦੇ ਘਰ ਦੇ ਵਿੱਚ ਮੇਰਾ ਜਨਮ ਹੋਇਆ, ਰਾਜੇ ਨੇ ਮੈਨੂੰ ਪਾਲਿਆ ਤੇ ਅੱਗੋਂ ਰਾਜਾ ਹੀ ਮੈਨੂੰ ਵਿਆਹ ਕੇ ਲਿਆਏ ਹੈ। ਸਵਾਣੀ ਹਾਂ ਮੈਂ ਜਨਮ ਦੀ, ਜਨਮ ਤੋਂ ਲੈ ਕੇ ਸਵਾਣੀ ਤੋਂ ਭਾਵ ਰਾਣੀ ਹਾਂ। ਕਹਿਣ ਲੱਗੇ ਜੇ ਰਾਣੀ ਹੈ ਤਾਂ ਫਿਰ ਅੱਜ ਦੇਖ ਤੇਰਾ ਹਾਲ ਕੀ ਹੋਇਆ ਪਿਆ। ਸਵਾਣੀ ਹਾਂ ਮੈਂ ਜਨਮ ਦੀ। ਤੇ ਫਿਰ ਸਿਆਣੀ ਮਾਂ ਨੇ ਹੱਥ ਬੰਨ੍ਹ ਕੇ ਆਖਿਆ ਨਾਮ ਨਾ ਭਗਤੀ ਕਰਮ ਦਰੜੀਤਾ। ਕਹਿੰਦੇ ਪੁੱਤਰਾ ਭਗਤੀ ਕਰਦਿਆਂ ਕਰਦਿਆਂ ਕਿਤੇ ਨਾ ਕਿਤੇ ਕੋਈ ਮੈਥੋਂ ਵਗਿਆ ਹੋਗੀ, ਜਿਸ ਕਰਕੇ ਅੱਜ ਮੈਂ ਤੇਰੇ ਪਿਤਾ ਤੋਂ ਦੂਰ ਹੋ ਗਈ। ਬੋਲੋ ਸਤਨਾਮ। ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦਰੜੀਤਾ। ਤੇ ਇਹੀ ਭਗਤੀ ਕਰਨ ਵਾਸਤੇ ਆਪਾਂ ਬੈਠੇ ਹਾਂ। ਬੰਦਗੀ ਪਰਮਾਤਮਾ ਦੀ ਹੋਈ 8-9 ਦਿਨ ਤੇ ਆ ਵੀ ਇੱਕ ਕੀਰਤਨ ਵੀ ਇੱਕ ਭਗਤੀ ਹੈ। 9 ਪ੍ਰਕਾਰ ਦੀ ਭਗਤੀ। ਪਰਮਾਤਮਾ ਨੂੰ ਮੱਥਾ ਟੇਕਣਾ ਇੱਕ ਭਗਤੀ ਹੈ, ਇਕੱਲੇ ਬਹਿ ਕੇ ਬੰਦਗੀ ਕਰਨੀ ਇਹ ਵੀ ਭਗਤੀ ਹੈ। ਪਰ ਸਰਮੌਰ ਭਗਤੀ ਹੈ ਕੀਰਤਨ ਭਗਤੀ, ਜਿਹਦੇ ਵਿੱਚ ਆਪਾਂ ਜੁੜਦੇ ਹਾਂ, ਜਿਹਨੂੰ ਮਹਾਰਾਜ ਜੀ ਕਹਿੰਦੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨੋ। ਉਹ ਕਹਿੰਦੀ ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦਰੜੀਤਾ। ਕਹਿੰਦੀ ਕੋਈ ਮੈਥੋਂ ਨਾ ਭਗਤੀ ਨਹੀਂ ਹੋਈ ਤੇ ਤਾਂ ਕਰਕੇ ਅੱਜ ਆਪਾਂ ਨੂੰ ਮਾਰ ਪਈ ਤੇ ਤਾਂ ਕਰਕੇ ਆਪਾਂ ਨੂੰ ਰਾਜ ਭਾਗ ਦੇ ਵਿੱਚੋਂ ਬਾਹਰ ਕੱਢਿਆ ਗਿਆ। ਫਿਰ ਧਰੂ ਵਾਰ ਕੇ ਨੇ ਆਖਿਆ ਕਿਸ ਉਦਮ ਤੇ ਰਾਜ ਮਿਲੇ। ਮਾਤਾ ਉਹ ਦੱਸ, ਫਿਰ ਮੈਨੂੰ ਕੋਈ ਉਹ ਜੁਗਤੀ ਦੱਸ, ਕੋਈ ਉਦਮ ਦੱਸ ਜਿਹੜਾ ਮੇਰਾ ਪਿਤਾ ਤਖਤ ਉੱਤੇ ਬੈਠਾ ਹੋਵੇ, ਮੈਂ ਭੁੱਖਾ ਬੈਠਾ ਹਾਂ ਮੈਂ ਬਾਹਰ, ਤੇ ਉਸ ਪਿਤਾ ਦਾ ਮੈਨੂੰ ਰਾਜ ਕਿਵੇਂ ਪ੍ਰਾਪਤ ਹੋ ਸਕਦਾ। ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ। ਸ਼ਤਰੂ ਨਾਮ ਦੁਸ਼ਮਣ ਦਾ ਹੈ। ਕਹਿੰਦੀ ਜਿਹੜੇ ਦੁਸ਼ਮਣ ਨੇ ਉਹ ਆਪਣੇ ਮਿੱਤਰ ਕਿਵੇਂ ਬਣ ਜਾਣ। ਆਪਾਂ ਮਿੱਤਰ ਥੋੜੀ ਬਣਾਵਾਂਗੇ। ਜੇ ਕੋਈ ਆਪਣਾ ਚਲੋ ਨਾ ਕਰੇ ਰੱਬ, ਕੋਈ ਦੁਸ਼ਮਣ ਹੋਵੇ, ਆਪਾਂ ਇਹ ਥੋੜੀ ਕਹਾਂਗੇ ਵੀ ਆਪਾਂ ਉਹ ਮਿੱਤਰ ਬਣ ਜਾਵੇ, ਆਪਾਂ ਉਹਦੇ ਨਾਲ ਜਿਹੜਾ ਇਕੱਠੀ ਸਾਂਝ ਬਣਾ ਕੇ ਰੋਟੀ ਖਾਈਏ। ਆਪਾਂ ਤਾਂ ਇਹ ਕਹਾਂਗੇ ਕਦੋਂ ਨਾ ਕਦੋਂ ਉਹਦਾ ਭੋਗ ਪਾਈਏ। ਬੋਲੋ ਸਤਨਾਮ। ਆਪਾਂ ਤਾਂ ਇਹ ਸੋਚਾਂਗੇ। ਪਰ ਧਰੂ ਵਰਕਾ ਕਹਿੰਦਾ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ। ਜਿਹੜੇ ਮੇਰੇ ਦੁਸ਼ਮਣ ਨੇ, ਮੇਰੇ ਸ਼ਤਰੂ ਨੇ, ਉਹ ਮੇਰੇ ਮਿੱਤਰ ਬਣ ਜਾਣ। ਮਾਤਾ ਕੋਈ ਐਸਾ ਉਦਮ ਉਪਰਾਲਾ ਕਰ, ਦੱਸ ਮੈਨੂੰ। ਫਿਰ ਮਾਂ ਨੇ ਪਤਾ ਕੀ ਆਖਿਆ, ਪਰਮੇਸ਼ਰ ਆਰਾਧੀ ਹੈ, ਉਸ ਪਰਮਾਤਮਾ ਦਾ ਜਾਪ ਕਰ ਜਿਹਦਾ ਆਪਾਂ ਕਰ ਰਹੇ ਹਾਂ। ਆਪਾਂ ਸਾਰੇ ਜੁੜੇ ਨਾ ਪਰਮਾਤਮਾ ਦੇ ਜਾਪ ਵਿੱਚ, ਜਿਹਨੂੰ ਮੈਂ ਬਾਰ-ਬਾਰ ਕਹਿੰਦਾ ਸੀ ਰੌਲੇ ਤੋਂ ਸੰਕੋਚ ਕਰੋ। ਇਹ ਪਰਮਾਤਮਾ ਦੀ ਭਗਤੀ ਹੈ। ਕਈ ਵਾਰੀ ਭਗਤੀ ਫਿਰ ਦੂਜੇ ਪਾਸੇ ਵੀ ਸਾਧ ਸੰਗਤ ਜੋ ਬਾਜ ਚਲਾਵੇ ਇਹਾਂ ਉਹਾਂ ਠੌਰ ਨਾ ਪਾਵੇ। ਮਾਤਾ ਕਹਿਣ ਲੱਗੀ ਕਿਸ ਉਦਮ ਤੇ ਰਾਜ ਮੇਰਾ ਸ਼ਤਰੂ ਤੇ ਸਭ ਹੋਵਣ ਮੀਤਾ। ਪਰਮੇਸ਼ਰ ਆਰਾਧੀਏ ਜਿੱਦੂ ਹੋਈਐ ਪਤ ਤਪਨੀਤਾ। ਮਾਤਾ ਕਹਿਣ ਲੱਗੀ ਪੁੱਤਰਾ ਉਹ ਤੇਰੇ ਮਿੱਤਰ ਬਣ ਜਾਣਗੇ, ਤੇਰੇ ਪਿਆਰੇ ਬਣ ਜਾਣਗੇ ਜ਼ਰੂਰ, ਪਰ ਤੈਨੂੰ ਇੱਕ ਕੰਮ ਕਰਨਾ ਪਊਗਾ। ਉਹ ਕੀ? ਉਸ ਪਰਮਾਤਮਾ ਦੀ ਬੰਦਗੀ ਕਰਨੀ ਪਊਗੀ। ਜਦੋਂ ਤੂੰ ਰੱਬ ਦੀ ਬੰਦਗੀ ਕਰੀ, ਇਹ ਜਿਹੜੇ ਤੇਰੇ ਅੱਜ ਦੁਸ਼ਮਣ ਤੈਨੂੰ ਮਾਰਨ ਤੇ ਤੁਲੇ ਹੋਏ ਨੇ, ਉਹ ਸਾਰੇ ਤੇਰੇ ਅੱਗੇ ਹੱਥ ਬੰਨ੍ਹ ਕੇ ਖੜ ਜਾਣਗੇ। ਜਿੱਦੂ ਹੋਈ ਹੈ ਪਤ ਤਪਨੀਤਾ। ਫੇਰ ਧਰੂ ਬਾਰਕੇ ਨੇ ਕਿਹਾ, ਮਾਤਾ ਭਾਈ ਗੁਰਦਾਸ ਜੀ ਅੱਗੇ ਲਿਖਦੇ ਨੇ, ਬਾਹਰ ਚੱਲਿਆ ਕਰਨ ਤਪ। ਉਧਰ ਮਾਂ ਦਾ ਹਾਲ ਜਿਹੜਾ ਨਾ, ਉਸ ਰਾਣੀ ਨੇ ਹੋਰ ਥੋੜਾ ਜਿਹਾ ਪੇਚ ਕਸ ਦਿੱਤਾ। ਸਰੋਵਰ ਹੈ, ਆਲੇ ਦੁਆਲੇ 4 ਕੁੰਡੇ ਭਰ ਕੇ ਦੁੱਧ ਦੇ ਰੱਖੇ ਹੋਏ ਨੇ। ਕਹਿੰਦੇ ਉਹਦੇ ਹੱਥ ਵਿੱਚ ਲੰਬਾ ਸਾਰਾ ਬਾਂਸ ਫੜਾ ਦਿੱਤਾ। ਇਸ ਜੇ ਕੁੰਡਿਆਂ ਦੇ ਵਿੱਚੋਂ ਦੁੱਧ ਦਾ ਇੱਕ ਵੀ ਤੁਪਕਾ, ਇੱਕ ਵੀ ਚੁੰਝ ਭਰ ਕੇ ਲੈ ਗਏ ਕਾਂ, ਇਹਦੇ ਵਿੱਚ ਉਨਾ ਹੀ ਤੇਰਾ ਖੂਨ ਪਾ ਕੇ ਪੂਰਾ ਕੀਤਾ ਜਾਊਗਾ। ਬੋਲੋ ਸਤਨਾਮ। ਤੇ ਹੱਥ ਵਿੱਚ ਸੋਟਾ ਫੜਿਆ ਹੋਇਆ ਉਸ ਮਾਂ ਦੇ, ਤੇ ਕਹਿੰਦੀ ਹਾਂ ਤਾਂ ਮੈਂ ਰਾਣੀ, ਪਤਾ ਨਹੀਂ ਕੀ ਪਰਮਾਤਮਾ ਦੀ ਭਗਤੀ ਕਰਦਿਆਂ ਕਰਦਿਆਂ ਮੈਥੋਂ ਇਹ ਹੋ ਕੀ ਗਿਆ। ਤੇ ਨਾਲ ਨਾਲ ਹੱਥ ਵਿੱਚ ਉਹ ਸੋਟਾ ਫੜਿਆ ਹੋਇਆ ਤੇ ਕਾਂ ਉਡਾਉਂਦੀ ਫਿਰਦੀ ਹੈ। ਕਾਂ ਕਿਤੇ ਇੱਧਰਲੇ ਪਾਸੇ ਆ ਜਾਂਦਾ, ਕਿਤੇ ਇੱਧਰਲੇ ਪਾਸੇ ਆ ਜਾਂਦਾ ਹੈ, ਤੇ ਨਾਲੇ ਪਰਮਾਤਮਾ ਨੂੰ ਕਹਿ ਰਹੀ ਹੈ, ਘਰਦਿਆਂ ਨੂੰ ਕਿਸੇ ਨੂੰ ਲੰਬਾ ਦੇ ਦੀ। ਕੀ ਕਹਿੰਦੀ? ਅੱਜ ਮੈਂ ਫਿਰਦੀ ਕਾਗ ਡਾਉਂਦੀ, ਰੁੱਸ ਗਈ ਤੂੰ ਮੇਰੀ ਤਕਦੀਰੇ। ਫਿਰਦੀ ਕਾਗ ਡਾਉਂਦੀ, ਰੁੱਸ ਗਈ ਤੂੰ ਮੇਰੀ ਤਕਦੀਰੇ। ਫਿਰਦੀ ਕਾਗ ਮੇਰੀ ਤਕਦੀਰੇ। ਫਿਰਦੀ ਮੈਂ ਕਾਗ ਡਾਉਂਦੀ, ਰੁੱਸ ਗਈ ਤੂੰ ਮੇਰੀ ਤਕਦੀਰੇ। ਫਿਰਦੀ ਮੈਂ ਕਾਗ ਡਾਉਂਦੀ, ਰੁੱਸ ਗਈ ਤੂੰ ਮੇਰੀ ਤਕਦੀਰੇ। ਫਿਰਦੀ ਮੈਂ ਕਾਗ ਡਾਉਂਦੀ, ਰੁੱਸ ਗਈ ਤੂੰ ਮੇਰੀ ਤਕਦੀਰੇ। ਫਿਰਦੀ ਮੈਂ ਕਾਗ ਡਾਉਂਦੀ, ਰੁੱਸ ਗਈ ਤੂੰ ਮੇਰੀ
ਕਾਗ ਉਡਾਉਣੀ ਰੁਸੀ ਤੂੰ ਮੇਰੀ ਤਕਦੀਰੇ ਫਿਰਦੀ ਮੈਂ ਕਾਗ ਉਡਾਉਣੀ ਰੁਸੀ ਤੂੰ ਮੇਰੀ ਤਕਦੀਰੇ ਫਿਰਦੀ ਮੈਂ ਕਾਗ ਉਡਾਉਣੀ ਰੁਸੀ ਤੂੰ ਮੇਰੀ ਤਕਦੀਰੇ ਫਿਰਦੀ ਮੈਂ ਕਾਗ ਉਡਾਉਣੀ ਰੁੱਸ ਗਈ ਤੂੰ ਮੇਰੀ ਤਕਦੀਰੇ ਫਿਰਦੀ ਮੈਂ ਕਾਗ ਉਡਾਉਣੀ। ਫਿਰ ਮਾਂ ਨੇ ਆਖਿਆ ਪਰਮੇਸ਼ਰ ਆਰਾਧੀਐ ਜਿੱਦੂ ਹੋਈਐ ਪਤਿਤ ਪਨੀਤਾ। ਪਰਮਾਤਮਾ ਦੀ ਤੈਨੂੰ ਆਰਾਧਨਾ ਪਰਮਾਤਮਾ ਦੀ ਬੰਦਗੀ ਕਰਨੀ ਪਊਗੀ, ਫਿਰ ਕਿਤੇ ਜਾ ਕੇ ਤੈਨੂੰ ਰਾਜ ਭਾਗ ਵੀ ਮਿਲ ਜੂਗਾ। ਇਹ ਕੋਈ ਵੱਡੀ ਗੱਲ ਨਹੀਂ ਪੁੱਤਰਾ, ਤੇ ਪਿਤਾ ਵੀ ਤੈਨੂੰ ਮਿਲ ਜੂਗਾ, ਮੈਨੂੰ ਵੀ ਰਾਜ ਭਾਗ ਮਿਲ ਜੂਗਾ। ਆਪਾਂ ਜਿਹੜੇ ਅੱਜ ਕੱਖਾਂ ਦੀ ਛੰਨ ਵਿੱਚ ਬੈਠੇ ਆਂ ਤੇ ਆਪਾਂ ਨੂੰ ਰਾਜ ਭਾਗ ਜ਼ਰੂਰ ਮਿਲ ਜੂਗਾ। ਕਿਵੇਂ? ਕਰ ਫਿਰ ਬੰਦਗੀ ਰੱਬ ਦੀ, ਪਰਮਾਤਮਾ ਦੀ ਬੰਦਗੀ ਕਰ। ਪਰਮੇਸ਼ਰ ਆਰਾਧੀਐ ਜਿੱਦੂ ਹੋਈਐ ਪਤਿਤ ਪਨੀਤਾ। ਬਾਹਰ ਚੱਲਿਆ ਕਰਨ ਤਪ। ਕਹਿੰਦੇ ਹੁਣ ਧਰੂ ਬਾਰਕਾ ਕਹਿੰਦਾ ਮਾਂ, ਕਹਿੰਦੀ ਪੁੱਤਰਾ ਤੈਨੂੰ ਕਿਤੇ ਜੰਗਲ ਵਿੱਚ ਬੈਠ ਕੇ ਪਰਮਾਤਮਾ ਦੀ ਬੰਦਗੀ ਕਰਨੀ ਪਊਗੀ, ਫਿਰ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜੂਗੀ। ਹੁਣ ਮਾਂ ਨੇ ਕਹਿ ਵੀ ਦਿੱਤਾ, ਚਿਟਕ ਵੀ ਲਾ ਦਿੱਤੀ। ਫਿਰ ਇੱਕ ਪਾਸੇ ਵੇਖਦੀ ਹੈ ਮੇਰੇ ਤਾਂ ਇੱਕੋ ਹੀ ਪੁੱਤਰ ਹੈ, ਮੈਂ ਇਹਦੇ ਸਹਾਰੇ ਦਿਨ ਕੱਢਦੀ ਏ। ਪੁੱਤਰ ਨੂੰ ਵੇਖ ਵੇਖ ਕੇ ਇੱਕ ਇਹਨਾਂ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ, ਇੱਕ ਇਹਨਾਂ ਦੇ ਘਰ ਧੀਆਂ ਧੀਆਂ ਘਰ ਦੋਤਰੇ। ਉਹ ਕਹਿੰਦੀ ਇੱਕੋ ਹੀ ਪੁੱਤਰ ਹੈ, ਜੇ ਕਿਤੇ ਮੈਨੂੰ ਛੱਡ ਕੇ ਚੱਲਿਆ ਵੀ ਗਿਆ ਤੇ ਮੈਂ ਫਿਰ ਕਿਹਦੇ ਸਾਰੇ ਦਿਨ ਕੱਟੂੰਗੀ। ਨਾਲੇ ਡਰਦੀ ਵੀ ਹੈ, ਨਾਲੇ ਦੱਸ ਵੀ ਦਿੱਤਾ ਵੀ ਤੈਨੂੰ ਬੰਦਗੀ ਕਰਨੀ ਪਊਗੀ। ਹੁਣ ਇੱਕ ਦਿਨ ਮਾਂ ਸੁੱਤੀ ਪਈ ਹੈ, ਧਰੂ ਬਾਰਕਾ ਬੋਝ ਕੇ ਹੌਲੀ ਕੁ ਦਿਨੇ ਉੱਠਿਆ, ਦੇਖਿਆ ਮਾਂ ਸੁੱਤੀ ਪਈ ਆ। ਆਲੇ ਦਾਲੇ ਮੰਜੇ ਦੇ ਉੱਤੋਂ ਦੀ 4 ਪਰਿਕਰਮਾ ਕਰੀਆਂ। 4 ਪਰਿਕਰਮਾ ਇਸ ਤਰ੍ਹਾਂ ਉੱਪਰ ਦੀ ਗੇੜਾ ਕੱਢਦਾ, ਮੱਥਾ ਟੇਕ ਦਿੰਦਾ, ਫੇਰ ਗੇੜਾ ਕੱਢਦਾ, ਫੇਰ ਮੱਥਾ 4 ਪਰਿਕਰਮਾ ਕਰੀਆਂ ਭਾਵ ਕਹਿਣ ਤੋਂ। ਮੱਥਾ ਟੇਕ ਕੇ ਧਰੂ ਬਾਰਕਾ ਹੁਣ ਤੁਰਿਆ ਕਿੱਧਰ ਨੂੰ ਜਾਂਦਾ ਹੈ? ਜੰਗਲ ਨੂੰ ਤੁਰ ਪਿਆ। ਹੁਣ ਮੈਂ ਰਾਜ ਭਾਗ ਕਰਨਾ ਹੈ, ਪਰਮਾਤਮਾ ਦੀ ਬੰਦਗੀ ਕਰਨੀ ਹੈ, ਦੇਖਣਾ ਰੱਬ ਕਿੱਥੇ ਰਹਿੰਦਾ ਹੈ। ਧਰੂ ਬਾਰਕਾ ਤੁਰਿਆ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਮਨ ਹੋ ਕੇ ਬਰਾਗੀ ਤੁਰ ਚੱਲਿਆ ਜੋਗ ਦੇ ਕਮਾਉਣ ਵਾਸਤੇ। ਹੋ ਕੇ ਬਰਾਗੀ ਤੁਰ ਚੱਲਿਆ ਜੋਗ ਦੇ ਕਮਾਉਣ ਵਾਸਤੇ। ਬੈਰਾਗੀ ਤੁਰ ਚੱਲਿਆ ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਬੈਰਾਗੀ ਤੁਰ ਚੱਲਿਆ ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਬੈਰਾਗੀ ਤੁਰ ਚੱਲਿਆ ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਬੈਰਾਗੀ ਤੁਰ ਚੱਲਿਆ ਜੋਗ ਦੇ ਕਮਾਉਣ ਵਾਸਤੇ। ਹਾਂ ਜੋਗ ਦੇ ਹੋ ਕਮਾਉਣ ਵਾਸਤੇ। ਜੋਗ ਦੇ ਕਮਾਉਣ ਵਾਸਤੇ। ਜੋਗ ਦੇ ਕਮਾਉਣ ਵਾਸਤੇ। ਹਾਂਜੀ ਜੋਗ ਦੇ ਕਮਾਉਣ ਵਾਸਤੇ। ਜੋਗ ਦੇ ਜੀ ਕਮਾਉਣ ਵਾਸਤੇ। ਜੋਗ ਦੇ ਜੀ ਕਮਾਉਣ ਵਾਸਤੇ। ਕੀ ਮਨ ਹੋ ਕੇ ਵਿਰਾਗੀ ਤੁਰ ਚੱਲਿਆ ਜੋਗ ਦੇ ਕਮਾਉਣ। ਮਨ ਹੋ ਕੇ ਵਿਰਾਗੀ ਤੁਰ ਚੱਲਿਆ ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਬੈਰਾਗੀ ਤੁਰ ਚੱਲਿਆ ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਬੈਰਾਗੀ ਤੁਰ ਚੱਲਿਆ ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਬੈਰਾਗੀ ਤੁਰ ਚੱਲਿਆ ਜੋਗ ਦੇ ਕਮਾਉਣ ਵਾਸਤੇ। ਮਨ ਹੋ ਕੇ ਬੈਰਾਗੀ ਤੁਰ ਚੱਲਿਆ ਜੋਗ ਦੇ ਕਮਾਉਣ ਵਾਸਤੇ। ਬਾਹਰ ਚੱਲਿਆ ਕਾਰਨ ਤਪ। ਹੁਣ ਕਹਿੰਦੇ ਧਰੂ ਬਾਰਕਾ ਚੱਲ ਪਿਆ ਜੰਗਲਾਂ ਨੂੰ। ਸ਼ਾਮ ਜਿਹੜਾ ਬਾਅਦ ਵਿੱਚ ਦੇਖਿਆ ਮਾਂ ਨੂੰ ਜਾਗ ਆਈ, ਹੱਥ ਮਾਰਿਆ ਤਖਤ ਤੇ ਆਪਣੇ,
ਉਸ ਮੰਜੇ ਉੱਤੇ ਧਰੂੰ ਬਾਰਕਾਨੀ ਹੈ। ਆਲੇ ਦੁਆਲੇ ਦੇਖਿਆ, ਹੋਰ ਕੁੱਲੀਆਂ ਵਿੱਚ ਜਾ ਕੇ ਦੇਖਿਆ, ਧਰੂੰ ਦੀ ਮਾਤਾ ਨੇ ਕਿਤੋਂ ਨਹੀਂ ਪੁੱਤਰ ਨਜ਼ਰ ਆਇਆ। ਇੱਕ ਤਾਂ ਰਾਜ ਭਾਗ ਦਾ ਦੁੱਖ, ਪਤੀ ਦਾ ਵਿਛੋੜਾ, ਤੀਸਰਾ ਪੁੱਤਰ ਦਾ ਵਿਛੋੜਾ। ਹੁਣ ਮਾਂ ਉੱਚੀ ਉੱਚੀ ਰੋਂਦੀ ਹੈ, ਉਹ ਮੇਰਾ ਤਾਂ ਇੱਕੋ ਹੀ ਬੁਢਾਪੇ ਦੀ ਡੰਗੋਰੀ ਸਹਾਰਾ ਸੀ, ਆ ਜੋ ਵੀ ਮੇਰਾ ਪੁੱਤਰ ਛੱਡ ਕੇ ਚਲਿਆ ਗਿਆ। ਭਾਈ ਗੁਰਦਾਸ ਜੀ ਕਹਿੰਦੇ ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ ਹੋਏ ਅਤੀਤਾ। ਤੁਰਿਆ ਜਾਂਦਾ ਹੈ, ਛੋਟੇ ਛੋਟੇ ਚਰਨ ਨੇ ਨਿੱਕੇ ਨਿੱਕੇ, ਧਰੂੰ ਬਾਰ ਕੇ ਦੇ ਕਿਤੇ ਡਿੱਗ ਪੈਂਦਾ, ਫੇਰ ਖੜਾ ਹੋ ਜਾਂਦਾ, ਫੇਰ ਡਿੱਗਦਾ, ਫੇਰ ਖੜਾ ਹੋ ਜਾਂਦਾ। ਉਧਰ ਕਹਿੰਦੇ ਅੱਗੇ ਫਿਰ ਕੌਣ ਮਿਲੇ? ਨਾਰਦ ਜੀ ਮਿਲ ਗਏ। ਜਦੋਂ ਨਾਰਦ ਜੀ ਮਿਲੇ ਨਾ, ਅੱਗੇ ਬੀਨ ਦਾ ਲਹਿਰਾ ਵਜਾਉਂਦੇ ਆਉਂਦੇ ਨੇ ਆਪਣੀ ਮਸਤੀ ਵਿੱਚ ਹੌਲੀ ਹੌਲੀ। ਛੋਟਾ ਜਿਹਾ ਬਾਲਕ ਹੈ, ਉਹਨੂੰ ਵੇਖ ਕੇ ਨਾਰਦ ਜੀ ਖੜ ਗਏ। ਕਹਿਣ ਲੱਗੇ ਪੁੱਤਰਾ ਬੱਚਾ ਤੂੰ ਕਿੱਧਰ ਚੱਲਿਆ? ਕਹਿਣ ਲੱਗਿਆ ਜੀ ਮੈਂ ਪਰਮਾਤਮਾ ਨੂੰ ਭਾਲਣ ਜਾਣਾ ਜੰਗਲਾਂ ਵਿੱਚ। ਕਹਿੰਦੇ ਜੰਗਲ ਵਿੱਚ ਤਾਂ ਰੱਬ ਹੈ ਨਹੀਂ, ਮੇਰੀ ਮਾਂ ਨੇ ਕਿਹਾ ਜੰਗਲ ਵਿੱਚ ਹੀ ਹੈ। ਮੈਂ ਪਰਮਾਤਮਾ ਨੂੰ ਭਾਲ ਕੇ ਉਹਦੀ ਬੰਦਗੀ ਕਰਨੀ ਹੈ। ਜਦੋਂ ਮੈਨੂੰ ਮਿਲ ਗਿਆ ਮੈਂ ਉਹਨੂੰ ਪੁੱਛਣਾ ਕੀ ਕਾਰਨ ਹੋਇਆ ਸਾਨੂੰ ਰਾਜ ਭਾਗ ਵਿੱਚੋਂ ਕੱਢਿਆ ਗਿਆ। ਨਾਰਦ ਕਹਿਣ ਲੱਗੇ ਪੁੱਤਰਾ ਬੇਟਾ ਮੈਨੂੰ ਪਤਾ ਹੈ ਤੂੰ ਤਾਨ ਪਤ ਰਾਜੇ ਦਾ ਪੁੱਤਰ ਹੈ, ਪਰ ਤੇਰੀ ਉਮਰ ਤਾਂ ਅਜੇ 5 ਸਾਲ ਦੀ ਹੈ। 5 ਸਾਲਾਂ ਦੀ ਉਮਰ ਦੇ ਵਿੱਚ ਰਾਮ ਜਪੋ ਜੀ ਐਸੇ ਐਸੇ ਧਰੂੰ ਪ੍ਰਹਿਲਾਦ ਜਪਿਓ ਹਰ ਜੈਸੇ। ਕਹਿੰਦੇ ਧਰੂੰ ਤੇ ਪ੍ਰਹਿਲਾਦ ਨੇ 5 ਸਾਲ ਦੀ ਉਮਰ ਦੇ ਵਿੱਚ ਪਰਮਾਤਮਾ ਨੂੰ ਪਾ ਲਿਆ। ਅਸੀਂ ਤਾਂ 80 ਸਾਲ ਦੇ ਹੋ ਗਏ, ਹਜੇ ਵੀ ਰੱਬ ਦੇ ਨੇੜੇ ਨਹੀਂ ਗਏ। ਬੋਲੋ ਸਤਨਾਮ। ਸਾਨੂੰ ਅਜੇ ਪਤਾ ਹੀ ਨਹੀਂ ਰੱਬ ਦਾ ਮਾਰਗ ਰਸਤਾ ਕਿਹੜਾ ਹੈ। ਧਰੂੰ ਬਾਰ ਕੇ ਨੂੰ ਨਾਰਦ ਜੀ ਨੇ ਗੋਦੀ ਚੁੱਕ ਲਿਆ। ਉਹ ਕਹਿਣ ਲੱਗੇ ਪੁੱਤਰਾ ਹਜੇ ਤਾਂ ਤੂੰ ਹੈ ਹੀ ਛੋਟਾ, ਇਹ ਛੋਟੀ ਜੀ ਉਮਰ ਦੇ ਵਿੱਚ ਕਿੱਥੋਂ ਲੱਗਿਆ ਵਿਰਾਗ ਨਿਆਣੀ ਉਮਰੇ, ਕਿੱਥੋਂ ਲੱਗਿਆ ਵਿਰਾਗ ਨਿਆਣੀ ਉਮਰੇ। ਪੁੱਛਦੇ ਨੇ ਨਾਰਦ ਜੀ ਕਾਕਾ ਕਾਕਾ ਓਏ, ਪੁੱਛਦੇ ਨੇ ਨਾਰਦ ਜੀ ਕਿੱਥੋਂ ਲੱਗਿਆ ਵਿਰਾਗ ਨਿਆਣੀ ਉਮਰੇ, ਕਿੱਥੋਂ ਲੱਗਿਆ ਵਿਰਾਗ ਨਿਆਣੀ ਉਮਰੇ। ਪੁੱਛਦੇ ਨੇ ਨਾਰਦ ਜੀ ਕਾਕਾ ਕਾਕਾ ਜੀ, ਪੁੱਛਦੇ ਨੇ ਨਾਰਦ ਜੀ ਕਿੱਥੋਂ ਲੱਗਿਆ ਵਿਰਾਗ ਨਿਆਣੀ ਉਮਰੇ। ਪੁੱਛਦੇ ਨੇ ਨਾਰਦ ਜੀ ਕਾਕਾ ਕਾਕਾ, ਪੁੱਛਦੇ ਨੇ ਨਾਰਦ ਜੀ ਕਿੱਥੋਂ ਲੱਗਿਆ। ਤਾਂ 5 ਸਾਲ ਦਾ ਹਜੇ, ਤੈਨੂੰ ਕੀ ਪਤਾ ਭਗਤੀ ਦਾ, ਬੰਦਗੀ ਕਰਨ ਦਾ ਤੈਨੂੰ ਕੀ ਪਤਾ। ਉਸ ਧਰੂੰ ਭਗਤ ਨੇ ਆਖਿਆ ਬਾਬਾ ਜੀ ਤੁਸੀਂ ਕੌਣ? ਕਹਿੰਦੇ ਬਰਮਾ ਦਾ ਪੁੱਤਰ ਨਾਰਦ ਹੈ। ਨਮਸਕਾਰ ਕਰੀ। ਕਹਿੰਦੇ ਠੀਕ ਹੈ ਮੇਰੀ ਉਮਰ ਤਾਂ ਨਹੀਂ ਬੰਦਗੀ ਕਰਨ ਦੀ, ਪਰ ਪਤਾ ਮੈਂ ਘਰ ਤੋਂ ਕਿਉਂ ਤੁਰਿਆ। ਮੈਂ ਇੱਕ ਦਿਨ ਰਾਜ ਭਾਗ ਵਿੱਚ ਚਲਿਆ ਗਿਆ। ਮੇਰੀ ਮਾਂ ਨੇ ਜਦੋਂ ਮੈਂ ਰਾਜ ਭਾਗ ਵਿੱਚ ਵੜ ਗਿਆ ਨਾ, ਤੇ ਮੇਰੀ ਜਿਹੜੀ ਮਾਤਾ ਸੀ ਨਾ, ਉਹਨੇ ਪਤਾ ਮੈਨੂੰ ਮਾਂ ਮਤਰੇਈ ਨੇ ਮਾਰਿਆ, ਮੈਨੂੰ ਮਾਂ ਮਤਰੇਈ ਨੇ ਮਾਰਿਆ। ਮੈਂ ਘਰ ਤੋਂ ਉੱਠਿਆ ਬਾਬਾ ਬਾਬਾ, ਮੈਂ ਘਰ ਤੋਂ ਉੱਠਿਆ। ਮੈਨੂੰ ਮਾਂ ਮਤਰੇਈ ਨੇ ਮਾਰਿਆ, ਮੈਨੂੰ ਮਾਂ ਮਤਰੇਈ ਨੇ ਮਾਰਿਆ। ਮੈਂ ਘਰ ਤੋਂ ਉੱਠਿਆ ਬਾਬਾ ਬਾਬਾ, ਮੈਂ ਘਰ ਤੋਂ ਉੱਠਿਆ। ਮੈਨੂੰ ਮਾਂ ਮਤਰੇਈ ਨੇ ਮਾਰਿਆ, ਮੈਨੂੰ ਮਾਂ ਮਤਰੇਈ ਨੇ ਮਾਰਿਆ। ਮੈਂ ਘਰ ਤੋਂ ਉੱਠਿਆ ਬਾਬਾ ਬਾਬਾ, ਮੈਂ ਘਰ ਤੋਂ ਉੱਠਿਆ। ਮੈਨੂੰ ਮੇਰੀ ਮਾਂ ਨੇ ਤੇ ਮੇਰੇ ਪਿਤਾ ਨੇ ਗੋਦ ਵਿੱਚ ਲੈ ਲਿਆ, ਮਾਂ ਨੇ ਮੈਨੂੰ ਘੂਰ ਕੇ ਘਰ ਦੇ ਵਿੱਚੋਂ ਕੱਢ ਦਿੱਤਾ। ਮੈਨੂੰ ਤਾਂ ਵਿਰਾਗ ਲੱਗਿਆ ਮੈਂ ਰੱਬ ਨੂੰ ਮਿਲਣਾ। ਜਿੰਨਾ ਚਿਰ ਪਰਮਾਤਮਾ ਰੱਬ ਮੈਨੂੰ ਨਹੀਂ ਮਿਲਦਾ ਉਹਨਾਂ ਚਿਰ ਮੈਂ ਘਰ ਨੂੰ ਵਾਪਸ ਨਹੀਂ ਜਾਂਦਾ। ਜਦੋਂ ਮਿਲ ਗਿਆ ਤੇ ਫਿਰ ਮੈਂ ਉਹਨੂੰ ਕਹਿਣਾ ਪਰਮਾਤਮਾ ਨੂੰ ਮੈਨੂੰ ਰਾਜ ਭਾਗ ਦੇ। ਤੇ ਕਹਿਣ ਲੱਗੇ ਪਿਆਰ ਦੇ ਵਿੱਚ ਆ ਕੇ ਨਾਰਦ ਜੀ ਕਹਿਣ ਲੱਗੇ ਪੁੱਤਰਾ ਤੂੰ ਛੋਟਾ ਹੈ, ਇਹ ਮਾਰਗ ਬੜਾ ਔਖਾ ਹੈ, ਤੇਥੋਂ ਭਗਤੀ ਨਹੀਂ ਹੋਣੀ। ਕਿਉਂ? ਇਹ ਜਿਹੜਾ ਜੰਗਲ ਹੈ ਨਾ, ਇਹਦੇ ਵਿੱਚ ਵੱਡੇ ਵੱਡੇ ਖੂਨਖਾਨ ਜਾਨਵਰ ਜਿਹੜੇ ਸ਼ੇਰ ਨੇ ਨਾ, ਉਹ ਬੁੱਕਦੇ ਨੇ।
ਜਦੋਂ ਇੱਕ ਸ਼ੇਰ ਨੇ ਦਰਾੜ ਮਾਰੀ ਤੂੰ ਤਾਂ ਉਸੇ ਵਕਤ ਭਾਜੇਗਾ। ਨਹੀਂ ਭਗਤ ਜੀ ਕਿਰਪਾ ਕਰ ਦਿਓ, ਮੈਨੂੰ ਕੋਈ ਇਨਾਮ ਦੇ ਦਿਓ। ਪਰਮਾਤਮਾ ਦੇ ਜਪਣ ਦਾ ਓਮ ਨਮੋ ਭਗਵਤੇ ਵਾਸੁਦੇਵਾਈ ਕਹਿਣ ਲੱਗੇ 13 ਅੱਖਰਾਂ ਨਾਮ ਹੈ, ਇਹਨੂੰ ਜਪ ਬੈਠ ਕੇ ਪਰਮਾਤਮਾ ਦੀ ਬੰਦਗੀ ਕਰ ਪੁੱਤਰਾ। ਪਰ ਇਹ ਮਾਰਗ ਪਤਾ ਕਿੰਨਾ ਕੁ ਔਖਾ ਹੈ। ਉਹ ਤੈਥੋਂ ਤਾਂ ਭਗਤੀ ਨਹੀਂ ਹੋਣੀ ਬਾਲ ਜੋਗੀਆਂ ਓਏ ਜੰਗਲਾਂ ਦੇ ਸ਼ੇਰ ਭੁੱਖਦੇ, ਭਗਤੀ ਨਹੀਂ ਹੋਣੀ ਬਾਲ ਜੋਗੀਆਂ ਓਏ ਜੰਗਲਾਂ ਦੇ ਸ਼ੇਰ ਭੁੱਖਦੇ, ਤੈਥੋਂ ਬੰਦਗੀ ਨਹੀਂ ਹੋਣੀ ਬਾਲ ਜੋਗੀਆਂ, ਜੰਗਲਾਂ ਦੇ ਸ਼ੇਰ ਭੁੱਖਦੇ, ਤੈਥੋਂ ਬੰਦਗੀ ਨਹੀਂ ਹੋਣੀ ਬਾਲ ਜੋਗੀਆਂ, ਜੰਗਲਾਂ ਦੇ ਸ਼ੇਰ ਭੁੱਖਦੇ। ਜੀ ਤੈਥੋਂ ਭਗਤੀ ਨਹੀਂ ਹੋਣੀ ਬਾਲ ਜੋਗੀਆਂ ਵੀ ਹੋਣੀ ਬਾਲ ਜੋਗੀਆਂ ਓਏ ਜੰਗਲਾਂ ਦੇ ਸ਼ੇਰ ਭੁੱਖਦੇ, ਭਗਤੀ ਨਹੀਂ ਹੋਣੀ ਛੋਟੇ ਜੋਗੀਆਂ ਓਏ ਜੰਗਲਾਂ ਦੇ ਸ਼ੇਰ ਭੁੱਖਦੇ, ਤੈਥੋਂ ਬੰਦਗੀ ਨਹੀਂ ਹੋਣੀ ਬਾਲ ਜੋਗੀਆਂ, ਜੰਗਲਾਂ ਦੇ ਸ਼ੇਰ ਭੁੱਖਦੇ। ਉਹ ਤੈਥੋਂ ਭਗਤੀ ਨਹੀਂ ਹੋਣੀ ਬਾਲ ਜੋਗੀਆਂ ਜੰਗਲਾਂ ਦੇ ਸ਼ੇਰ ਭੁੱਖਦੇ। ਵਾਹਿਗੁਰੂ ਕਹਿਣ ਲੱਗਿਆ ਤੈਥੋਂ ਨਹੀਂ ਬੰਦਗੀ ਹੋਣੀ। ਚਲੋ ਫਿਰ ਧਰੂ ਪ੍ਰਹਿਲਾਦ ਨੇ ਉਸ ਧਰੂ ਭਗਤ ਨੇ ਭਗਤੀ ਕਰੀ ਪਰਮਾਤਮਾ ਦੀ। ਪਰਮਾਤਮਾ ਅੱਗੇ ਆ ਕੇ ਕਹਿਣ ਲੱਗੇ ਦੱਸ ਤੈਨੂੰ ਕਿਹੜੀ ਚੀਜ਼ ਦੀ ਇੱਛਾ ਹੈ। ਕਹਿੰਦੇ ਤੁਰਿਆ ਤਾਂ ਘਰੋਂ ਰਾਜ ਦੀ ਇੱਛਾ ਲੈ ਕੇ ਸੀ, ਮੈਂ ਰਾਜ ਭਾਗ ਕਰਨਾ, ਪਰ ਹੁਣ ਭਗਤੀ ਕਰਦਿਆਂ ਕਰਦਿਆਂ ਮੇਰਾ ਇਹ ਇੱਛਾ ਮੇਰੇ ਸਮਾਪਤ ਹੋ ਗਈ ਹੈ। ਫਿਰ ਕਹਿੰਦੇ ਦੱਸ ਕੀ ਚਾਹੁੰਦਾ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਕਰਕੇ ਫਿਰ ਪਰਮਾਤਮਾ ਦੀ ਬੰਦਗੀ ਕਰਕੇ ਉਹਨੇ ਧਰੂ ਭਗਤ ਨੇ ਰਾਜ ਕੀਤਾ ਆਪਣੇ ਪਿਤਾ ਦਾ। ਫਿਰ ਕਹਿਣ ਲੱਗੇ ਤੇ ਉਦੋਂ ਬਾਅਦ ਮੇਰੇ ਦੁਆਰੇ ਉੱਤੇ ਆ ਕੇ ਬਹਿ ਜੀ। ਸੱਚਖੰਡ ਦੇ ਮੂਹਰਲੇ ਪਾਸੇ ਧਰੂ ਭਗਤ ਦੀ ਪੁਰੀ ਹੈ। ਅੱਜ ਵੀ ਗੁਰੂ ਬਾਣੀ ਕਹਿੰਦੀ ਹੈ ਅੱਜ ਹੂੰ ਬਲ ਕੇ ਦੁਆਰ ਖੜੇ ਹੋ। ਕਹਿੰਦੇ ਅੱਜ ਵੀ ਧਰੂ ਭਗਤ ਜਿਹੜਾ ਨਾ ਪਰਮਾਤਮਾ ਦੇ ਦੁਆਰੇ ਉੱਤੇ ਖੜਾ ਬੰਦਗੀ ਕਰਦਾ। ਧੰਨਵਾਦ ਹੈ ਸਾਰੀਆਂ ਸੰਗਤਾਂ ਦਾ। ਸਤਿਕਾਰਯੋਗ ਭਾਈ ਨੈਬ ਸਿੰਘ ਜੀ ਜਿਨ੍ਹਾਂ ਨੇ ਬਹੁਤ ਪਿਆਰ ਵਿੱਚ ਆ ਕੇ ਪਰਮਾਤਮਾ ਦੀ ਬੰਦਗੀ ਕੀਤੀ। 7-8 ਦਿਨ ਤੋਂ ਲੈ ਕੇ ਸ੍ਰੀ ਸਹਿਜ ਪਾਠ ਤੁਰਕੀ ਬਾਣੀ ਦੇ ਸਹਿਜ ਪਾਠ ਹੋਏ ਭੋਗ ਪੈ ਚੁੱਕੇ ਹਨ। ਆਓ ਸਮਾਪਤੀ ਵੱਲ ਚੱਲੀਏ, ਕਿਉਂਕਿ ਬਹੁਤ ਮਨ ਵਿੱਚ ਚਾਅ ਸੀ ਸੇਵਕ ਪਰਿਵਾਰ ਦੇ ਦੂਰੋਂ ਦੂਰੋਂ ਰਿਸ਼ਤੇਦਾਰ ਜਿਹੜਾ ਉਹ ਰਤੀਆ ਦੇਖੋ ਹਰਿਆਣੇ ਵਿੱਚ ਪੈ ਜਾਂਦਾ ਹੈ, ਉੱਥੋਂ ਵੀ ਇਹਨਾਂ ਦੇ ਸੰਬੰਧੀ ਸਹੁਰਾ ਪਰਿਵਾਰ ਜਿਹੜਾ ਆਇਆ ਪਿਆਰ ਦੇ ਵਿੱਚ। ਚਲੋ ਇਹੀ ਹੁੰਦਾ ਇੱਕ ਜੁੜਨ ਦਾ ਹੁੰਦਾ ਇੱਕ ਵੱਡਾ ਉਦਮ ਉਪਰਾਲਾ। ਅੱਛਾ ਸੋ ਜੋ ਸਾਡੀ ਬੱਚੀ ਹੈ ਮਨਪ੍ਰੀਤ ਕੌਰ, ਬੱਚੀ ਮਨਪ੍ਰੀਤ ਕੌਰ ਜਿਨ੍ਹਾਂ ਨੇ ਬਾਹਰਲੇ ਉਧਰਲੇ ਦੇਸ਼ ਵਿੱਚ ਰਹਿੰਦੀ ਹੈ ਬੱਚੀ, ਉਹਨਾਂ ਨੇ ਕਿਹਾ ਵੀ ਸਹਿਜ ਪਾਠ ਦੀ ਸੇਵਾ ਜਿਹੜੀ ਕਰਾਓ। ਚਲੋ ਇਹ ਵੀ ਬਹੁਤ ਵਧੀਆ, ਚੰਗੇ ਗੁਣ ਨੇ ਸ਼ੁਭ ਗੁਣ ਨੇ ਬੱਚਿਆਂ ਵਿੱਚ। ਤੇ ਨਹੀਂ ਤਾਂ ਅੱਜ ਦਾ ਯੁੱਗ ਕਿਹੋ ਜਿਹਾ ਹੈ, ਕਿੱਕਰ ਘਰ ਕਪੂਤ ਘਰ, ਘਰ ਕੁਲਖਣੀ ਨਾਰ, ਚੌਥੇ ਮੈਲੇ ਕੱਪੜੇ ਨਰਕ ਨਿਸ਼ਾਨੀ ਚਾਰ, ਕਣਕ ਪ੍ਰਾਣੀ ਘਿਓ ਨਿਆ, ਘਰ ਮਿੱਠ ਬੋਲਣੀ ਨਾਰ, ਆਗਿਆਕਾਰੀ ਪੁੱਤਰ ਹੋਵੇ ਸੁਰਗ ਨਿਸ਼ਾਨੀ ਚਾਰ ਕਰਕੇ। ਚਲੋ ਸਿਆਣੇ ਬੱਚੇ ਨੇ, ਉਸ ਬੱਚੀ ਨੇ ਉਧਰਲੇ ਪਾਸੇ ਬੈਠਿਆ ਕਿਹਾ ਬੱਚਿਆਂ ਨੇ ਮਾਤਾ ਪਿਤਾ ਨੂੰ। ਇਹ ਵੀ ਚੰਗੀ ਗੱਲ ਹੈ ਜਿਹੜੇ ਮਾਤਾ ਪਿਤਾ ਬੱਚਿਆਂ ਦਾ ਹੁਕਮ ਮੰਨਦੇ ਨੇ, ਬੱਚੇ ਮਾਤਾ ਪਿਤਾ ਦਾ ਹੁਕਮ ਮੰਨਦੇ ਨੇ। ਨਹੀਂ ਤਾਂ ਅੱਜ ਦਾ ਯੁੱਗ ਜਿਹੜਾ ਉਲਟਾ ਹੈ, ਮਾਤਾ ਪਿਤਾ ਨੂੰ ਮਨਾਉਂਦੇ ਨੇ, ਬੋਲੋ ਸਤਨਾਮ। ਉਹ ਕਹਿੰਦੇ ਨੇ ਆ ਜਿਹੜਾ ਕੁਝ ਸਾਨੂੰ ਦਿਓ ਧਰੋ ਇੱਥੇ। ਜਿਵੇਂ ਇਹ ਕਹਿ ਲਓ ਸੌਖਾ ਜਿਹਾ ਸ਼ਬਦ ਵੀ ਗਲ ਤੇ ਗੋਡਾ ਰੱਖ ਕੇ ਕਹਿੰਦੇ ਨੇ ਵੀ ਇਹ ਕੁਝ ਕਰਨਾ ਹੀ ਕਰਨਾ ਨਹੀਂ। ਯਾਰ ਟ੍ਰੇਨ ਜਿਹੜੀ ਹੈ ਨਾ ਆਪਣੇ ਘਰ ਕੋਲ ਹੀ ਚੱਲਦੀ ਹੈ, ਇੱਧਰ ਨੂੰ ਹੋ ਜਾਾਂਗੇ, ਬੋਲੋ ਸਤਨਾਮ। ਇਸ ਕਰਕੇ ਸਵਰਗ ਦੀ ਨਿਸ਼ਾਨੀ ਹੈ। ਧੰਨਵਾਦ ਹੈ, ਮਹਾਰਾਜ ਕਿਰਪਾ ਕਰੇ ਸਾਰੇ ਬੱਚਿਆਂ ਨੂੰ ਤੰਦਰੁਸਤੀ ਦੇ ਦਾਤਾ ਬਖਸ਼ਿਸ਼ ਕਰੇ। ਸੰਗਤ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੇ ਪਾਵਨ ਪਵਿੱਤਰ ਆਪਾਂ ਚਰਨਾਂ ਦੇ ਵਿੱਚ ਸਾਰੇ ਜੁੜੇ ਆਂ। ਅਰਦਾਸ, ਹੁਕਮਨਾਮਾ, ਕੜਾ ਪ੍ਰਸ਼ਾਦੀ ਦੇਗ ਉਪਰੰਤ ਫੇਰ ਗੁਰੂ ਬਖਸ਼ਾ ਗੁਰੂ ਕਾ ਲੰਗਰ ਤਿਆਰ ਹੈ। ਸੰਗਤ ਨੇ
ਛੱਕ ਜਾਣ ਦੀ ਕਿਰਪਾਲਤਾ ਕਰੇ। ਬਹੁਤ 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 ਸਾਰੀਆਂ ਸੰਗਤਾਂ ਦੇ ਸਮੁੱਚੇ ਤੌਰ ਤੇ ਧੰਨਵਾਦ ਕੀਤਾ ਜਾਵੇ। ਲੋਕ ਸੁਖੀ ਪਰ ਲੋਕ ਸੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ, ਭੁੱਲਾਂ ਸਾਰੀਆਂ ਮੇਰੀਆਂ। ਗੁਰੂ ਦੇ ਨਾਲ ਜੁੜਿਆ ਹੋਇਆ ਬਚਨ ਆਪਣੀ ਝੋਲੀ ਵਿੱਚ ਪਾਇਓ, ਸਾਡਾ ਵੀ ਜੀਵਨ ਸਫਲ ਹੋ ਜਾਵੇ। ਰਾਮਕਲੀ ਮਹਲਾ ਤੀਜਾ। ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਜੀ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਵਜੀਆਂ ਬਤਾਈਆਂ ਰਾਗ ਰਤਨ ਪਰਵਾਰ ਸੁਣੀਆਂ, ਸ਼ਬਦ ਮਾਵਣੀ ਆਈਆਂ ਜੀ। ਸ਼ਬਦ ਤਾ ਗਾਵੋ ਹਰੀ ਕੇਰਾ, ਮਨ ਜਿਨੀ ਬਸਾਇਆ। ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਿਮਰਤ ਸੁਆਮੀ, ਸੋ ਕਿਉ ਮਨੋ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ। ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਤੂੰ ਆਵੇ। ਸਿਫਤ ਸਲਾਹ ਤੇਰੀ, ਨਾਮ ਮਨ ਵਿਸਾਵੇ। ਨਾਮ ਜਿਨ ਕੈ ਮਨ ਵਾਜੇ ਸਭ ਦੁਖ ਨੇਰ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਕਾ। ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਈ ਵਸਿਆ, ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟਹੁ, ਇਸ ਦੀਆਂ ਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ, ਪਿਆਰੋ ਸੱਚ। ਸਾਦਾ ਮੇਰਾ ਆਧਾਰੋ, ਆਜੇ ਪੰਜ ਸ਼ਬਦ ਦਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਬਾਜੇ, ਕਲਾ ਜਿਤ ਕਰਤਾਰੀਆ। ਮਤ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਧ ਕਰਮ ਪਾਇਆ ਤੁਧ ਜਨ ਕੋ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਦੁਖ ਹੋਆ, ਤਿਤ ਘਰ ਅਨਾਦ ਬਾਜੇ। ਆਨੰਦ ਸਨੋ ਬੜ ਭਾਗੀਓ, ਸਗਲ ਮਨੋਰਥ ਪੂਰੇ। ਬਾਹਰ ਰਹਿਮ ਪ੍ਰਭ ਪਾਇਆ, ਉਤਰੇ ਸਗਲ ਵਿਟੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸਚੀ ਬਾਣੀ। ਅੰਤ ਸਾਜਨ ਪੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਤੇ ਭਗਤ, ਸਤਿਗੁਰ ਰਹੀਆ ਭਰਪੂਰੇ। ਬਿਨ ਬੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਾਤ। ਰਾਤ ਦੁਇਦਾਈ ਦਾਇਆ, ਖਿਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਬਾਚਾ ਧਰਮ ਦੂਰ। ਕਰਨੀ ਆਪੋ ਆਪਣੀ, ਇਹ ਨੇੜੇ ਕੇ ਦੂਰ। ਜਿਨੀ ਰਾਮ ਤੇ ਆਇਆ, ਕਹਿ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ